ਹੈਲੋ एवरीबॉडी ਵੈਲਕਮ ਟੂ ਐਜੂਕੇਸ਼ਨ ਸਟੱਡੀਜ਼। ਅੱਜ ਦੇ ਸੈਸ਼ਨ ਦੇ ਵਿੱਚ ਕਰਾਂਗੇ ਅਸੀਂ ਵੀਕਲੀ ਕਰੰਟ ਅਫੇਅਰਸ ਰਾਈਟ, ਜਿਸ ਦੇ ਵਿੱਚ ਅਸੀਂ 8th ਦਸੰਬਰ ਤੋਂ ਲੈ ਕੇ ਐਂਡ 15th ਦਸੰਬਰ ਦੇ ਕਰੰਟ ਅਫੇਅਰਸ ਨੂੰ ਕਵਰ ਕਰਨਾ ਹੈ। ਓਕੇ, ਔਰ ਜਿਹੜੇ ਸਟੂਡੈਂਟਸ ਫਸਟ ਟਾਈਮ ਇਸ ਸੈਸ਼ਨ ਨੂੰ ਦੇਖ ਰਹੇ ਆ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਐਜੂਕੇਸ਼ਨ ਸਟੱਡੀਜ਼ ਦੇ ਉੱਪਰ ਤੁਹਾਨੂੰ ਵੀਕਲੀ ਕਰੰਟ ਅਫੇਅਰਸ ਮਿਲਦੇ ਆ, ਮੀਨ 4 ਟਾਈਮ ਇਨ ਅ ਮੰਥ ਰਾਈਟ। ਐਂਡ ਜਿੰਨੇ ਵੀ ਤੁਸੀਂ ਅੱਜ ਕੱਲ੍ਹ ਅਗਰ ਐਗਜ਼ਾਮ ਦੇ ਰਹੇ ਹੋ ਤਾਂ ਤੁਸੀਂ ਸਾਡੇ ਪ੍ਰੀਵੀਅਸ ਸਾਰੇ ਲੈਕਚਰਸ ਦੇਖਣਾ, ਐਂਡ ਆਈ ਅਸ਼ੋਰ ਯੂ ਦੈਟ ਕਿ ਉਹਦੇ ਵਿੱਚੋਂ ਜਿੰਨੇ ਵੀ ਕੁਐਸਚਨਸ ਆਏ ਹੋਣਗੇ ਉਹ ਇਹਨਾਂ ਸੈਸ਼ਨਸ ਦੇ ਵਿੱਚੋਂ ਹੀ ਬਣੇ ਹੋਣਗੇ ਕਰੰਟ ਅਫੇਅਰ ਦੇ। ਇਸ ਕਰਕੇ ਤੁਸੀਂ ਇੰਡੀਆ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਨਾ, ਤਾਂ ਇਹ ਵਾਲੇ ਸੈਸ਼ਨਸ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਰਾਈਟ। ਇਸ ਲਈ ਇਹਨੂੰ ਬਿਲਕੁਲ ਵੀ ਮਿਸ ਨਹੀਂ ਕਰਨਾ, ਕਦੇ ਵੀ ਨਹੀਂ। ਓਕੇ ਯੈਸ, ਤਾਂ ਫਿਰ ਇਸ ਦੇ ਨਾਲ ਹੋਰ ਅਸੀਂ ਕੀ ਦਿੰਦੇ ਹਾਂ, ਇਸ ਦੇ ਵਿੱਚ ਅਸੀਂ ਜਨਰਲ ਸਟੱਡੀਜ਼ ਨੂੰ ਵੀ ਕਵਰ ਕਰਦੇ ਹਾਂ ਰਾਈਟ, ਜਿਸ ਦੇ ਵਿੱਚ ਤੁਹਾਨੂੰ ਇਸ ਟਾਈਮ ਹਿਸਟਰੀ ਐਂਡ ਪੋਲਿਟੀ ਦੋਨੋਂ ਹੀ ਸਾਈਡ ਬਾਏ ਸਾਈਡ ਚੱਲਦੇ ਪਏ ਆ। ਪੋਲਿਟੀ ਦੇ ਵਿੱਚ ਲਕਸ਼ਮੀਕਾਂਤ ਦੀ ਬੁੱਕ ਨੂੰ ਕਵਰ ਕੀਤਾ ਜਾ ਰਿਹਾ ਹੈ। ਓਪਨ ਯੂਰ ਬੁੱਕ ਐਂਡ ਮਾਰਕ ਮਾਈ ਵਰਡਸ ਕਿ ਤੁਸੀਂ ਬੁੱਕ ਓਪਨ ਕਰਕੇ ਦੇਖ ਲੈਣਾ। ਅਗਰ ਤੁਹਾਨੂੰ ਲੱਗੇ ਕਿ ਪੋਲਿਟੀ ਦਾ ਕੋਈ ਵੀ ਇੱਦਾਂ ਦਾ ਚੀਜ਼ ਜੋ ਕਿ ਤੁਹਾਡੇ ਲਈ ਇੰਪੋਰਟੈਂਟ ਹੈ ਔਰ ਲਕਸ਼ਮੀਕਾਂਤ ਵਿੱਚ ਦਿੱਤੀ ਹੈ ਬਟ ਤੁਹਾਨੂੰ ਇਹਨਾਂ ਸੈਸ਼ਨਸ ਵਿੱਚ ਨਹੀਂ ਮਿਲੀ, ਤਾਂ ਪਲੀਜ਼ ਮੈਨੂੰ ਦੱਸਣਾ। ਤੁਸੀਂ ਬਿਲਕੁਲ ਵੀ ਫਾਈਂਡ ਨਹੀਂ ਕਰ ਪਾਓਗੇ, ਬਿਕਾਜ਼ ਆਈ ਆਲਵੇਜ਼ ਟਰਾਈ ਕਿ ਤੁਹਾਨੂੰ ਮੈਂ ਉਹ ਸਭ ਕੁਝ ਪ੍ਰੋਵਾਈਡ ਕਰਾਂ ਜੋ ਤੁਹਾਡੇ ਪੇਪਰ ਦੇ ਲਈ ਜ਼ਰੂਰੀ ਹੈ। ਈਵਨ ਇਫ ਯੂ ਆਰ ਪ੍ਰਿਪੇਅਰਿੰਗ ਫॉर UPSC ਐਗਜ਼ਾਮ, ਤਾਂ ਵੀ ਤੁਹਾਨੂੰ ਪਤਾ ਹੈ ਲਕਸ਼ਮੀਕਾਂਤ ਬੁੱਕ ਇਜ਼ ਵੈਰੀ ਮਚ ਇੰਪੋਰਟੈਂਟ ਫॉर ਆਲ ਆਫ ਯੂ ਰਾਈਟ। ਤਾਂ ਇਸ ਲਈ ਤੁਸੀਂ ਉਹਨੂੰ ਵੀ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਪੋਲਿਟੀ ਦੇ ਵਿੱਚ। ਅਦਰਵਾਈਜ਼ ਹਿਸਟਰੀ ਦੇ ਵਿੱਚ ਮਾਡਰਨ ਹਿਸਟਰੀ ਦੇ ਤੁਹਾਨੂੰ 12 ਲੈਕਚਰ ਮਿਲ ਚੁੱਕੇ ਨੇ, ਜਿਸ ਦਾ ਅਸੀਂ ਕ੍ਰੈਸ਼ ਕੋਰਸ ਕਰ ਰਹੇ ਹਾਂ ਰਾਈਟ। ਅਗਰ ਉਹ ਵੀ ਕਿਸੇ ਨੇ ਨਹੀਂ ਦੇਖਿਆ ਤਾਂ ਤੁਹਾਨੂੰ ਉਹ ਵੀ ਪਲੇਲਿਸਟ ਵਿੱਚ ਮਿਲ ਜਾਏਗਾ। ਐਂਡ ਯੈਸ, ਪੋਲਿਟੀ ਐਂਡ ਹਿਸਟਰੀ ਦੋਨਾਂ ਦੀ ਜੋ ਪਲੇਲਿਸਟ ਹੈ ਉਹਨਾਂ ਦੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੂੰਗੀ। ਓਕੇ, ਐਂਡ ਯੈਸ ਵਨ ਮੋਰ ਥਿੰਗ, ਅਗਰ ਤੁਹਾਨੂੰ ਕਿਸੇ ਵੀ ਚੀਜ਼ ਦੀ PDF ਚਾਹੀਦੀ ਹੋਏ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ ਕਿਸ ਚੀਜ਼ ਦਾ, ਟੈਲੀਗ੍ਰਾਮ ਚੈਨਲ ਦਾ। ਆਲਰਾਈਟ, ਤੁਸੀਂ ਉਹ ਤੋਂ ਜੁਆਇਨ ਕਰਕੇ ਔਰ ਲੈ ਸਕਦੇ ਹੋ ਸਾਰੀਆਂ PDFs ਨੂੰ ਵੀ। ਓਕੇ, ਤਾਂ ਫਿਰ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਇੱਥੇ ਪੁੱਛਿਆ ਜਾ ਰਿਹਾ ਹੈ ਉਸ ਸਪੋਰਟਸ ਆਰਗੇਨਾਈਜੇਸ਼ਨ ਦਾ ਨਾਮ, ਠੀਕ ਹੈ, ਜਿਨ੍ਹਾਂ ਨੇ ਇੱਕ ਕਮੇਟੀ ਬਣਾਈ ਹੈ ਡਿਫਰੈਂਟਲੀ ਏਬਲਡ ਪਲੇਅਰਸ ਦੇ ਲਈ। ਓਕੇ, ਤਾਂ ਇਸ ਦਾ ਆਨਸਰ ਹੋ ਜਾਏਗਾ BCCI। ਓਕੇ, ਦੈਟ ਇਜ਼ ਦ ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ। ਓਕੇ, ਇਹਨਾਂ ਨੇ ਇੰਡੀਆ ਦੇ ਹੀ ਜਿਹੜੇ ਡਿਫਰੈਂਟਲੀ ਏਬਲਡ ਕ੍ਰਿਕਟਰਸ ਹੈਗੇ ਨੇ ਨਾ, ਉਹਨਾਂ ਦੇ ਲਈ ਇੱਕ ਕਮੇਟੀ ਨੂੰ ਫਰੇਮ ਕੀਤਾ ਆ ਓਬਵੀਅਸਲੀ, ਤਾਂ ਕਿ ਉਹਨਾਂ ਦੇ ਵਿੱਚ ਵੀ ਜਿਹੜੀ ਕ੍ਰਿਕਟ ਨੂੰ ਖੇਲਣ ਦੀ ਸਪੋਰਟਸਮੈਨਸ਼ਿਪ ਹੈ ਨਾ, ਉਸ ਨੂੰ ਡਿਵੈਲਪ ਕੀਤਾ ਜਾ ਸਕੇ ਔਰ ਇਹਨਾਂ ਡਿਫਰੈਂਟਲੀ ਏਬਲ ਪਲੇਅਰਸ ਨੂੰ ਵੀ ਰੈਕਗਨੀਸ਼ਨ ਮਿਲ ਸਕੇ। ਓਕੇ, ਔਰ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਇਸ ਕਮੇਟੀ ਦੀ ਜੋ ਰਿਕਮੈਂਡੇਸ਼ਨ ਹੈ ਇਹ ਕਿਹਨਾਂ ਨੇ ਦਿੱਤੀ ਹੈ, ਤਾਂ ਇਹ ਜਸਟਿਸ ਲਾਧਾ ਵੱਲੋਂ ਦਿੱਤੀ ਗਈ ਸੀ। ਓਕੇ, ਐਂਡ ਇਹਦੇ ਵਿੱਚ ਨਾ ਟੋਟਲ 3 ਮੈਂਬਰ ਰੱਖੇ ਗਏ ਸੀ, ਪ੍ਰੋਪਰ ਇੱਕ ਬੋਰਡ ਬਣਾਇਆ ਗਿਆ ਸੀਗਾ। ਔਰ ਜਿਹੜੇ ਇਹ ਜਸਟਿਸ ਹੈਗੇ ਨੇ ਨਾ ਲਾਧਾ, ਇਹ ਖੁਦ ਇੱਕ ਡਿਸੇਬਲਡ ਕ੍ਰਿਕਟਰ ਰਹਿ ਚੁੱਕੇ ਨੇ, ਤੇ ਇਹ ਜਿਹੜੇ ਤਿੰਨੋਂ ਦੇ ਤਿੰਨੋਂ ਪਰਸਨ ਸੀ ਨਾ, ਇਹ ਫੋਰਮਰ ਡਿਸੇਬਲ ਕ੍ਰਿਕਟਰਸ ਹੀ ਸੀਗੇ। ਓਕੇ, ਔਰ ਕਾਫੀ ਈਅਰ ਤੋਂ ਇਹਦੇ ਉੱਪਰ ਕੰਮ ਚੱਲ ਰਿਹਾ ਸੀਗਾ। ਹੁਣ ਫਾਈਨਲੀ ਜੋ BCCI ਦੇ ਪ੍ਰੈਸੀਡੈਂਟ ਹੈਗੇ ਨੇ ਸੌਰਵ ਗਾਂਗੁਲੀ ਐਂਡ ਸੈਕਟਰੀ ਜੈ ਸ਼ਾਹ ਹੈ ਨਾ, ਇਹਨਾਂ ਨੇ ਅਪਰੂਵਲ ਦੇ ਦਿੱਤੀ ਹੈਗੀ ਹੈ ਕਿ ਇਸ ਕਮੇਟੀ ਨੂੰ ਹੁਣ ਬਣਾਇਆ ਜਾਏਗਾ। ਓਕੇ, ਠੀਕ ਹੈ, ਤਾਂ ਇਹ ਤੁਸੀਂ ਯਾਦ ਰੱਖਣਾ ਹੈ BCCI ਨੇ ਹੀ ਡਿਫਰੈਂਟਲੀ ਏਬਲ ਪਲੇਅਰਸ ਦੇ ਲਈ ਕਮੇਟੀ ਦਾ ਗਠਨ ਕੀਤਾ। ਓਕੇ, ਹੁਣ ਦੇਖਦੇ ਹਾਂ ਰੀਸੈਂਟ ਸਪੋਰਟਸ ਦੀਆਂ ਨਿਊਜ਼ ਨੂੰ। ਤਾਂ AIBA ਯਾਨੀ ਕਿ ਦ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ, ਇਹਨਾਂ ਨੇ ਚੇਂਜ ਕੀਤਾ ਆਪਣੇ ਕੁਝ ਪੋਰਟਫੋਲੀਓਜ਼ ਵਿੱਚ। ਠੀਕ ਹੈ, ਇਹਨਾਂ ਨੇ ਕੀ ਕੀਤਾ, ਇਹਨਾਂ ਦਾ ਨਾਮ ਜੋ ਹੈ, ਇਹਨਾਂ ਐਕਰੋਨਿਮ ਪਹਿਲਾਂ ਹੁੰਦਾ ਸੀ AIBA, ਹੁਣ ਇਹਨੂੰ ਇਹਨਾਂ ਨੇ IBA ਕਰ ਦਿੱਤਾ ਹੈ। ਠੀਕ ਹੈ, ਦੇਖੋ ਤੁਹਾਨੂੰ ਪਤਾ ਹੈ ਕਿ 2028 ਦੇ ਵਿੱਚ ਓਲੰਪਿਕਸ ਹੋਣੀਆਂ ਵਾ, ਓਬਵੀਅਸਲੀ ਹਰ 4 ਸਾਲ ਹੁੰਦੀਆਂ, ਆਈ ਨੋ ਦੈਟ। ਤਾਂ ਇਹਦੇ ਵਿੱਚ 2028 ਦੀਆਂ ਜਿਹੜੀਆਂ ਓਲੰਪਿਕਸ ਹੈ ਨਾ, ਉਸ ਦੇ ਵਿੱਚ ਰੀਪ੍ਰੈਜ਼ੈਂਟ ਕਰਨ ਵਾਸਤੇ ਇਹਨਾਂ ਨੂੰ ਕੁਝ ਰਿਫੋਰਮਸ ਲਿਆਣੇ ਪਏ ਨੇ। ਓਕੇ, ਕਿਸ ਲਈ, ਕਿਉਂਕਿ ਦੇਖੋ ਜਿਹੜੀ 2028 ਦੀ ਇਨੀਸ਼ੀਅਲ ਲਿਸਟ ਆਈ ਹੈ ਨਾ, ਉਸ ਦੇ ਵਿੱਚੋਂ ਨਾ ਕੀ ਕੀਤਾ ਗਿਆ ਆ, ਜੋ ਇੰਟਰਨੈਸ਼ਨਲ ਓਲੰਪਿਕ ਐਸੋਸੀਏਸ਼ਨ ਹੈ ਉਹਨਾਂ ਨੇ ਨਾ ਬਾਕਸਿੰਗ ਨੂੰ, ਵੇਟ ਲਿਫਟਿੰਗ ਨੂੰ ਐਂਡ ਮਾਡਰਨ ਪੈਂਟਾਥਲਨ ਨੂੰ, ਠੀਕ ਹੈ, ਇਹਨਾਂ ਤਿੰਨਾਂ ਗੇਮਸ ਨੂੰ ਬਾਹਰ ਕੱਢਤਾ। ਓਕੇ, ਔਰ ਇਹਨਾਂ ਨੇ ਬੋਲਿਆ ਕਿ ਦੇਖੋ, ਬਾਕਸਿੰਗ ਫੈਡਰੇਸ਼ਨ ਨੂੰ ਬੋਲਿਆ ਕਿ ਅਗਰ ਤੁਸੀਂ ਚੇਂਜਸ ਨਹੀਂ ਲੈ ਕੇ ਆਓਗੇ ਅਕੋਰਡਿੰਗ ਟੂ ਆਵਰ ਸਿਨੈਰੀਓ, ਤਾਂ ਅਸੀਂ ਫਿਰ ਬਾਕਸਿੰਗ ਐਂਡ ਜਿਹੜੀਆਂ ਤਿੰਨੇ ਗੇਮਸ ਹੈ ਨਾ, ਇਹਨਾਂ ਨੂੰ ਓਲੰਪਿਕਸ ਦੇ ਵਿੱਚੋਂ ਬਾਹਰ ਨਿਕਾਲ ਦਾਂਗੇ। ਓਕੇ, ਦੈਟ ਇਜ਼ ਵਾਈ ਇਹਨਾਂ ਨੇ ਹੁਣ AIBA ਦੀ ਜਗ੍ਹਾ ਤੇ
खुद का जो एक्रोनिम है ये IBA कर दिता है। ओके हाँ जी, इस तो बाद इन्हां दिनां दे विच एशियन रोइंग चैंपीयनशिप हुई, राइट। इस दे विच ना रोइंग चैंपीयनशिप दे विच इंडिया ने कितने मैडल्स हासिल किए हैं? 6। ऑलराइट, तो 6 मैडल इको ही चैंपीयनशिप दे विच ऐदां दी गेम दे विच लैके आना जिन्हों बहुत ज़्यादा रैकगनिशन इंडिया दे विच नहीं मिलती, राइट, बहुत ज़्यादा मैटर करती है। इस दे विच 2 गोल्ड मैडल लिया इंडिया ने, ओके, एंड 4 सिल्वर मैडल लिया है। किहड़ी जगह ते ये वाली जिहड़ी चैंपीयनशिप है हुई, तो इसनूं करवाया गया जी थाईलैंड दे विच। ऑलराइट, और जिहड़े इंडिया दे सीनियर रोवर हैगे ना अरविंद सिंह, इन्हां ने मैन लाइट वेट सिंगल स्कल्स दे इवेंट दे विच गोल्ड मैडल हासिल किया। ओके ऑलराइट, इस तो बाद फिडे वर्ल्ड चैस चैंपीयनशिप एनू किसने जितया? इसनूं नॉर्वे के खिलाड़ी मैग्नस कार्लसन ने जितया आ। ऑलराइट ठीक है, और देखो ये वाली जिहड़ी चैंपीयनशिप है ये किहड़ी जगह ते यानी किहड़ी कंट्री दे विच करवाई गई? दुबई दे विच करवाई गई है। इस दे विच मैग्नस ने रशिया दे नेपोमिया चाय नूं बीट किया। ओके, एंड जिहड़े कार्लसन हैगे हैं इन्हां ने अपनी 5th वर्ल्ड चैंपीयनशिप जो है इसनूं विन किया। ओके, आफ्टर दैट इंडिया ने 1 नहीं 2 नहीं 10 नहीं 20 नहीं टोटल 41 मैडल जीते हैं 4th एशियन यूथ पैरा गेम्स 2021 दे विच। ऑलराइट, किन्ने गोल्ड हासिल किए जी? 12 गोल्ड विन किए हैं एंड 15 सिल्वर मैडल हासिल किए हैं, 14 असी ब्रॉन्ज मैडल लए ने। ओके, तो इनू किहड़ी कंट्री दे विच करवाया गया सीगा? बहरीन दे विच। ऑलराइट ओके, इनू ऑर्गेनाइज कौन करदा है? नेशनल पैरालंपिक कमेटी ऑफ बहरीन ने किया। ओके यस, बहरीन ने किया, सॉरी। एंड इन्हां गेम्स का जो 5th एडिशन है ये भी अनाउंस किया जा चुका है कि ये ना 2025 दे विच करवाया जाएगा ताशकेंद उज़्बेकिस्तान दे विच। ठीक है, तो ये वाला पॉइंट भी तुसी याद रखोगे। आफ्टर दैट संकेत महादेव सरगार इन्होंने गोल्ड मैडल हासिल किया कॉमनवेल्थ वेट लिफ्टिंग चैंपीयनशिप 2021 दे विच। ओके, और ये इंडिया तो बिलोंग करते हैं। ये चैंपीयनशिप कित्थे करवाई गई है? जेड़ी जगह ते 2025 दे विच एशियन यूथ पैरा गेम्स होनियां आ। ठीक है, यानी कि ताशकेंद दे विच। ऑलराइट ओके, ਇਹਦੇ ਨਾਲ ही वर्ल्ड लिफ्टिंग चैंपीयनशिप भी ਇੱਥੇ ही चलती पई है। और ना संकेत ने मेंस दे 55 kg ਦੇ ਵਿੱਚ कितना वेट लिफ्ट किया? 113 kg लिफ्ट किया। ओके, और ये साडा इंडिया का नैशनल रिकॉर्ड भी बनया। ओके, और 2022 ਦੇ ਵਿੱਚ अगर तुसी गल करोगे तो ना बर्मिंगम ਦੇ ਵਿੱਚ होनियां आ कॉमनवेल्थ गेम्स, राइट। और ਉਹਦੇ ਵਿੱਚ इंडिया ਨੂੰ रिप्रेजेंट कौन करनगे? संकेत महादेवी करनगे। ऑलराइट ओके, नैक्सट क्वेश्चन है कदों एनर्जी कंजरवेशन वीक जो है इसनूं सैलीब्रेट किया गया? तो एनर्जी कंजरवेशन वीक 8 तो लैके 14 दिसंबर तक सैलीब्रेट किया गया है। ओके, और इनू किसने सैलीब्रेट किया? इसनों मिनिस्ट्री ऑफ पावर ने सैलीब्रेट किया। और तुहानू पता है इंडिया का जो 75th नंबर का आज़ादी का साल चलता पाया, राइट। और इसनों मनाया जा रहा है आज़ादी का अमृत महोत्सव के अंडर, राइट। और ऐसे ही महोत्सव के अंडर इस एनर्जी कंजरवेशन वीक नू भी सैलीब्रेट किया गया। ओके, और ਇਹਦੇ ਵਿੱਚ ਇਹਨਾਂ ने टोटल 3 मेजर एक्टिविटीज़ है जिन्होंने कि इंक्लूड किया। पहली नैशनल पेंटिंग चैंपीयनशिप। ओके, और ये जो कॉम्पीटिशन होएगा ना नैशनल पेंटिंग कॉम्पीटिशन ये स्कूल चिल्ड्रन के लिए है। ओके, और इन्होंने बोलिया 4th क्लास तो लैके एंड 10th स्टैंडर्ड तक के जो स्टूडेंट्स हैं उन्होंने ये पार्टिसिपेट करने के लिए इंक्लूड किया गया। ओके ऑलराइट, और इस बारी इस कॉम्पीटिशन का थीम की है? आज़ादी का अमृत महोत्सव एनर्जी एफिशिएंट इंडिया। ओके, दूसरा है आज़ादी का अमृत महोत्सव क्लीनर प्लैनेट। ओके, यानी कि इस बारी असी अपना जो सराउंडिंग है ना, अपना जो क्लाइमेट चेंज की प्रॉब्लम है, अपनी जी अर्थ के पॉल्यूशन की प्रॉब्लम है, इन्हों खत्म करने के उपर ज़्यादा जोर दे रहे हैं। ओके ऑलराइट, इस तो बाद इत्थे दूसरा इवेंट किहड़ा आएगा? नैशनल एनर्जी कंजरवेशन अवार्ड दिते जाएंगे और ये दिते जाने हैं इंडस्ट्रीज नूं। ओके, आफ्टर दैट नैशनल एनर्जी एफिशिएंसी इनोवेशन अवार्ड। ओके, ये भी दिते जाएंगे ताकि ना साडे इंडिया दे विच जिहड़ी एनर्जी की एफिशिएंसी है, राइट, एंड दी टैक्नोलॉजीज़ नूं जो है रैकगनाइज किया जा सके। ऑलराइट, इसलिए
एनर्जी कंजरवेशन वीक तुहानूं पता होना चाहिए 8 तो लैके 14 दिसंबर तक सैलीब्रेट होया। ओके यस, इस तो बाद गल करते हैं एक प्रोजैक्ट की, इसका नाम है माँ उमिया धाम डेवलपमेंट प्रोजैक्ट। ओके, इनू हाल ही दे विच इहदा उद्घाटन किया गया। पूछा जा रहा है किहड़ी जगह ते, तां इसनूं गुजरात स्टेट दे विच जो है इनोग्रेट किया गया। ओके, किन्हां ने किया? इसके फाउंडेशन स्टोन रखा गया जी अमित शाह जी वालों। ठीक है, फाउंडेशन रखी गई है होम मिनिस्टर अमित शाह जी वालों। और एहदे विच ना अहमदाबाद दे विच उमिया माता जो है ना, इन्हां दा टैंपल है। ओके, और इस दे नाल नाल इस टैंपल दे विच माँ उमिया धाम डेवलपमेंट प्रोजैक्ट जो है इहदी नींह रखी गई है। ओके, और इहदे उपर इन्हां ने बोलिया है करीबन 15,800 करोड़ का जो है बजट जो है स्पेंड किया जाऊगा। ओके, और इनू किन्ने एरिया दे विच जो है डेवलप किया जा रहा है, तो यह छोटा मोटा एरिया नहीं होगा, 74,000 स्क्वेयर यार्ड का एरिया है, लैंड के उपर इनू डेवलप किया जाना है। ओके, और अगर असी गल करते हैं उमिया देवी की, तो उमिया देवी जो है ना, ये कदम पतिदारन की कुल देवी के वजों पूजा जाता है इन्हों। ओके, और ये जो टैंपल है ये गुजरात के विच किस डिस्ट्रिक्ट दे विच मिलेगा? महसाना दे विच। ओके, 2009 दे विच इसने अपनी सिल्वर जुबली नूं भी सैलीब्रेट किया सी। ओके, हुण इत्थे गल हो रही है जी गुजरात की, राइट। कैपिटल की है? गांधीनगर। सीएम कौन है? भूपेंद्र भाई पटेल। एंड गवर्नर हो जाएंगे आचार्य देवव्रत। ऑलराइट, ठीक है। हुण देखते हैं गुजरात दियां कुछ रीसेंट न्यूज़ नूं। तां गुजरात ने एक योजना जो है इसनूं लॉन्च किया। इस योजना का नाम है वतन प्रेम योजना। ओके, और ये योजना कोई नवी नहीं हैगी, यानी कि ऐदा नहीं है कि ये वाली न्यू स्कीम आ गई है, ऐदा नहीं है। पहला ना गुजरात दे विच एक स्कीम चल रही सी, उसका नाम की सीगा मदर ए वतन। ओके, और ये स्कीम जो है एंदा ही रीपैकेज्ड वर्जन हैगा वतन प्रेम योजना। तुहानूं पता है जे असीं गल करदे हां ना कि इहदा नाम चेंज क्यों किया गया, तो देखो जिहड़ी मदर ए वतन है ना, एक पर्शियन लैंग्वेज का वर्ड है। ओके, ऐसे करके उन्होंने हिंदी दे विच कन्वर्ट करके वतन प्रेम योजना बना दिता गया। ओके, पहला की हुंदा सीगा कि इहदे विच ना स्टेट गवर्नमेंट का और NRIs जिहड़े हैगे आ इन्हां दा ना 50-50 का शेयर सीगा। ओके, कॉन्ट्रीब्यूट बराबर बराबर करदे सी, और एट प्रेजेंट उन्हां नूं 60-40 दे विच कन्वर्ट कर दिता गया। ऑलराइट, ओके, और इस प्रोजैक्ट के अंडर काफ़ी सारिया इकट्ठियां स्कीम्स है गुजरात दियां जो इक्को ही अंबरैला के अंडर आ गई, इक्को ही अंबरैला स्कीम के अंडर। जिद्दां कि ਇਹਦੇ ਵਿੱਚ ਇਹਨਾਂ ਨੇ बोलिया कि ਜਿਹੜੇ रूरल लैवल के उपर ना असी स्कूल ਦੇ ਵਿੱਚ स्मार्ट क्लासिस, स्मार्ट लाइब्रेरीज, दैन कम्यूनिटी हॉल, फिर प्राइमरी हैल्थ सेंटर, CCTV की सर्वेलेंस, बस स्टैंड वगैरह, इन्हां सारिया ही चीज़ों को ना डेवलप करांगे। ठीक है, इस दे लई गुजरात दे विच किहड़ी स्कीम आई है? वतन प्रेम योजना। ओके, यस, अगे देखते हैं। अगे है NTPC ने इंडिया का लार्जेस्ट सोलर पार्क इसनूं किहड़ी जगह ते स्थापित किया? एक क्वेश्चन पहला भी पूछा जा चुका है, इसलिए इहनूं याद रखना कि इंडिया का लार्जेस्ट सोलर पार्क रन ऑफ कच्छ दे विच NTPC ने सैटअप किया है। ऑलराइट, और इहदी अगर तुहाडे कोल कैपेसिटी पूछी जाए तो 4.75 गीगावाट दी कैपेसिटी है, और इहदे विच ना कमर्शियल स्केल के उपर ग्रीन हाइड्रोजन नूं जनरेट किया जाऊगा। ईवन NTPC ने जो साडी UT है ना लद्दाख दे विच भी इन्हां ने ग्रीन हाइड्रोजन मोबिलिटी प्रोजैक्ट नूं लागू करन वास्ते पैक्ट नूं ऑलरेडी साइन कर लिया, एग्रीमेंट कर लिया। ओके, दैन इत्थे गुजरात दे विच एक वीट दी वैरायटी है भालिया। ओके, और भालिया नूं GI टैग मिल चुकिया आ। इहनूं हुणे एक्सपोर्ट किया गया किहड़ी जगह ते? कीनिया दे विच एंड श्रीलंका नूं। ओके, इस तो बाद RBI यानी रिजर्व बैंक ऑफ इंडिया ने अपना एक ना डाटा लॉन्च किया। ऑलराइट, और इहदे विच इन्हां ने बोलिया कि जो गुजरात है ना ये इंडिया का लार्जेस्ट मैन्युफैक्चरिंग हब बन गया है। ओके, और गुजरात ने हुण महाराष्ट्र नूं भी पिछे छोड़ दिता है। ऑलराइट, ऑलमोस्ट उहदे नालों डबल हो चुकिया थी। ओके, यस, नैक्सट है किन्हां ने सरयू नहर नैशनल प्रोजैक्ट UP दे विच इनोग्रेट किया? तो इन्हां दा नाम है जी साडे प्राइम मिनिस्टर मिस्टर नरेंद्र मोदी। ओके, और इनू UP दे बलरामपुर दे विच इनोग्रेट किया गया। राइट, एंड इहदे विच होना की है जी? इन्हां ने बोलिया कि 14 लाख हैक्टेयर की जिहड़ी लैंड है उसनूं इरीगेशन दे नाल पानी प्रोवाइड किया जाऊगा। राइट, और इहदे नाल फिर
29 ਲੱਖ ਫਾਰਮਰਸ ਹੈ ਜਿਨ੍ਹਾਂ ਨੂੰ ਕਿ ਬੈਨੀਫਿਟ ਹੋਣ ਵਾਲਾ ਹੈ, ਰਾਈਟ। ਕਿੰਨਾ ਖਰਚਾ ਆਏਗਾ ਜੀ ਇਸ ਦੇ ਉੱਪਰ? 9800 ਕਰੋੜ ਦੇ ਕਰੀਬ ਇਹਦੇ ਤੇ ਖਰਚਾ ਆਉਣ ਵਾਲਾ ਆ। ਔਰ ਇਹਨਾਂ ਨੇ ਬੋਲਿਆ ਕਿ ਮੇਨਲੀ ਜੋ ਈਸਟਰਨ ਪਾਰਟ ਆਫ ਯੂਪੀ ਹੈ ਨਾ, ਉਸ ਦੇ ਵਿੱਚ ਵਾਟਰ ਦੀ ਬਹੁਤ ਜ਼ਿਆਦਾ ਸ਼ੋਰਟੇਜ ਹੈ, ਰਾਈਟ। ਔਰ ਇਸ ਸ਼ੋਰਟੇਜ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ ਇਹ ਵਾਲਾ ਜਿਹੜਾ ਪ੍ਰੋਜੈਕਟ ਹੈ ਨਾ, ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲਾ ਹੈ, ਓਕੇ। ਔਰ ਹਾਂ, ਇੱਕ ਚੀਜ਼ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰਹੂਗੀ ਕਿ ਇਹ ਜਿਹੜਾ ਪ੍ਰੋਜੈਕਟ ਹੈ, ਇਸ ਦੇ ਵਿੱਚ 5 ਰਿਵਰਸ ਹੈ ਜਿਨ੍ਹਾਂ ਨੂੰ ਕਿ ਇੰਟਰਲਿੰਕ ਕਰਨ ਦੇ ਵਾਸਤੇ ਇਨਕਲੂਡ ਕੀਤਾ ਗਿਆ, ਠੀਕ ਹੈ। ਪਹਿਲੀ ਰਿਵਰ ਘੱਗਰ, दूसरी सरयू, देन राप्ती, फिर आ जाएगी बाणगंगा एंड लास्ट आ जाएगी रोहिणी, ठीक है। तो ये पंजे दे पंजे रिवर्स भी तुहानू याद होनियां चाहिए, ओके। हुण देखते हैं रीसेंट कुछ न्यूज़। तो जिहड़े साडे प्राइम मिनिस्टर हैगे ने मोदी, इन्हां ने इनोग्रेट किया एक फेज किसी प्रोजेक्ट का, पहला फेज, ठीक है। नाम की है जी काशी विश्वधाम, ठीक है। इनू किहड़ी जगह ते स्टार्ट किया गया? काशी दे विच, ऑलराइट, ओके। ਇਹਦੇ ਨਾਲ ਕਾਸ਼ੀ ਦੇ ਵਿੱਚ 2 ਆਈਕੋਨਿਕ ਲੈਂਡਮਾਰਕ ਹੈ ਜਿਨ੍ਹਾਂ ਨੂੰ ਕਿ ਕਨੈਕਟ ਕਰ ਦਿੱਤਾ ਜਾਏਗਾ। ਪਹਿਲਾ ਤਾਂ ਤੁਹਾਡੇ ਸਾਹਮਣੇ ਹੀ ਹੈ ਕਾਸ਼ੀ ਵਿਸ਼ਵਨਾਥ ਟੈਂਪਲ, ਓਕੇ। ਔਰ ਦੂਸਰਾ ਕਿਹੜਾ ਹੋ ਜਾਏਗਾ? दैट इज गंगा घाट, ओके। ਇਹਨਾਂ ਮੇਨ ਕੰਮ ਕੀ ਹੈਗਾ? ਜਿਹੜਾ ਹੈਰੀਟੇਜ ਸਟਰਕਚਰਸ ਹੈ ਇਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਸਕੇ, ਓਕੇ, ਯੈਸ। ਇਸ ਤੋਂ ਬਾਅਦ ਹੈ ਗਵਰਨਮੈਂਟ ਨੇ ਲਾਂਚ ਕੀਤਾ ਭਾਸ਼ਾ ਸੰਗਮ ਮੋਬਾਈਲ ਐਪ ਨੂੰ। ਇਹਦੇ ਨਾਲ ਕੀ ਹੋਣਾ? ਤੁਹਾਨੂੰ ਪਤਾ ਹੈ ਜੋ ਸਾਡਾ ਸੰਵਿਧਾਨ ਹੈ ਨਾ, ਉਸ ਦੇ ਵਿੱਚ ਨਾ 22 ਲੈਂਗੁਏजेस ਹੈ ਜਿਹੜੀਆਂ ਕਿ ਪ੍ਰੋਪਰ ਸ਼ਡਿਊਲਡ ਨੇ, ਹੈ ਨਾ। ਤਾਂ ਜਿਹੜੀਆਂ ਸਾਡੀਆਂ ਸ਼ਡਿਊਲਡ ਲੈਂਗੁਏजेस ਹੈ ਨਾ, ਉਹਨਾਂ ਨੂੰ ਯੂਜ਼ ਕਰਨ ਦੇ ਲਈ ਪੂਰੀ ਤਰ੍ਹਾਂ ਫੈਮਿਲੀਅਰ ਬਣਾਇਆ ਜਾਏਗਾ ਇੰਡੀਅਨਸ ਨੂੰ, ਠੀਕ ਹੈ। ਇਸ ਵਾਸਤੇ ਇਹ ਵਾਲੀ ਐਪ ਜੋ ਹੈ ਇਹਨੂੰ ਸਟਾਰਟ ਕੀਤਾ ਗਿਆ, ਓਕੇ। ਐਂਡ ਇਸ ਐਪ ਦੇ ਵਿੱਚ 100 ਤੋਂ ਵੀ ਜ਼ਿਆਦਾ ਜੋ ਸੈਂਟੈਂਸਿਸ ਹੈ ਨਾ, ਇਹਨਾਂ ਨੂੰ ਇਨਕਲੂਡ ਕੀਤਾ ਗਿਆ। ਇਹਦੇ ਨਾਲ ਕੀ ਹੋਣਾ ਜੀ? ਜਿਹੜੀਆਂ ਸਾਡੀਆਂ 22 ਇੰਡੀਅਨ ਲੈਂਗੁਏजेस ਹੈ ਨਾ, ਉਹਨਾਂ ਦੇ ਬੇਸਿਕ ਅਸੀਂ ਅੱਛੀ ਤਰ੍ਹਾਂ ਲਰਨ ਕਰ ਸਕਾਂਗੇ ਇਹਨਾਂ ਦੀ ਹੈਲਪ ਦੇ ਨਾਲ, ਓਕੇ। ਔਰ ਫਿਰ ਜਦੋਂ ਸਾਨੂੰ ਲੱਗੇ ਕਿ ਅਸੀਂ ਸਾਰਾ ਕੁਝ ਸਿੱਖ ਲਿਆ, ਫਿਰ ਤੁਸੀਂ ਕੀ ਕਰੋ ਜੀ? ਤੁਸੀਂ ਆਨਲਾਈਨ ਇੱਥੇ ਟੈਸਟ ਵੀ ਦੇ ਸਕਦੇ ਹੋ। ਔਰ ਜਿੱਦਾਂ ਹੀ ਤੁਸੀਂ ਟੈਸਟ ਦੇ ਦਿੱਤਾ ਤਾਂ ਤੁਹਾਨੂੰ ਇੱਕ ਆਨਲਾਈਨ ਸਰਟੀਫਿਕੇਟ ਵੀ ਇਸ਼ੂ ਹੋ ਜਾਏਗਾ, ਆਲਰਾਈਟ, ਠੀਕ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਨੀਤੀ ਆਯੋਗ ਦੀ। ਇਹਨਾਂ ਨੇ ਇੱਕ ਪ੍ਰੋਜੈਕਟ ਸਟਾਰਟ ਕੀਤਾ, ਨਾਮ ਹੈ ਈ ਸਵਾਰੀ ਇੰਡੀਆ ਇਲੈਕਟ੍ਰਿਕ ਬੱਸ ਕੋਲਿਸ਼ਨ, ਓਕੇ। ਇਹ ਨੈਸ਼ਨਲ ਇੰਸਟੀਚਿਊਟ ਆਫ ਟਰਾਂਸਫਾਰਮਿੰਗ ਇੰਡੀਆ ਯਾਨੀ ਕਿ ਨੀਤੀ ਆਯੋਗ, ਇਹਨਾਂ ਨੇ CESL ਐਂਡ ਵਰਲਡ ਰਿਸੋਰਸਿਸ ਇੰਸਟੀਚਿਊਟ ਦੇ ਨਾਲ ਕੋਲੈਬੋਰੇਟ ਕਰਕੇ ਇਸ ਕੋਲਿਸ਼ਨ ਨੂੰ ਨਾ ਲਾਂਚ ਕੀਤਾ, ਠੀਕ ਹੈ। ਇਹਦੇ ਨਾਲ ਕੀ ਹੋਏਗਾ? ਨਾਮ ਤੋਂ ਹੀ ਪਤਾ ਚੱਲ ਰਿਹਾ ਇਲੈਕਟ੍ਰਿਕ ਬੱਸ, ਰਾਈਟ। ਯਾਨੀ ਕਿ ਜਿਹੜੀ ਈ ਬੱਸ ਸਰਵਿਸ ਹੋਏਗੀ ਉਹਨੂੰ ਇੰਡੀਆ ਦੇ ਵਿੱਚ ਸੀਮਲੈਸਲੀ ਅਡਾਪਟ ਕਰਨ ਵਾਸਤੇ ਹੈਲਪ ਮਿਲੇ, ਹੈ ਨਾ। ਇਹਨਾਂ ਨੇ ਬੋਲਿਆ ਕਿ ਕਿਸੇ ਵੀ ਸਿਟੀ, ਸਟੇਟ ਜਾਂ ਸੈਂਟਰ ਲੈਵਲ ਦੀਆਂ ਜਿੰਨੀਆਂ ਵੀ ਏਜੰਸੀਜ਼ ਹੈ ਨਾ, ਉਹ ਈ ਬੱਸ ਸਰਵਿਸ ਦੇ ਲਈ ਆਪਣੀ ਜਿਹੜੀ ਨੌਲੇਜ ਹੈ ਉਹਨੂੰ ਸ਼ੇਅਰ ਕਰਨਗੀਆਂ, ਜਿਹਦੇ ਨਾਲ ਫਿਰ ਬਾਕੀ ਲੋਕ ਵੀ ਇਹਦੀ ਜੋ ਹੈ ਫਾਇਦਾ ਲੈ ਸਕਣਗੇ, ਓਕੇ। ਹਾਂਜੀ, ਇਸ ਤੋਂ ਬਾਅਦ ਨੈਸ਼ਨਲ ਹੈਲਪਲਾਈਨ ਅਗੇਂਸਟ ਐਟਰੋਸਿਟੀ ਔਨ SC and ST, ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ। ਇਹ ਪੁੱਛਿਆ ਜਾ ਰਿਹਾ ਹੈ ਕਿ ਕਿਹੜੀ ਮਿਨਿਸਟਰੀ ਹੈ ਜਿਨ੍ਹਾਂ ਨੇ ਇਸ ਨੂੰ ਲਾਂਚ ਕੀਤਾ, ਠੀਕ ਹੈ। ਤਾਂ ਇਸ ਮਿਨਿਸਟਰੀ ਦਾ ਨਾਮ ਹੋ ਜਾਏਗਾ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਮਿਨਿਸਟਰੀ, ਆਲਰਾਈਟ, ਠੀਕ ਹੈ। ਤੁਹਾਨੂੰ ਪਤਾ ਹੈ ਇਹ ਮਿਨਿਸਟਰੀ ਕਿਹਨਾਂ ਕੋਲ ਹੈ? ਇਹ ਹੈਗੀ ਹੈ ਜੀ ਡਾਕਟਰ ਵੀਰੇਂਦਰ ਕੁਮਾਰ ਕੋਲ, ਹੈ ਨਾ। ਔਰ ਇਹਨਾਂ ਨੇ ਇੱਕ ਹੈਲਪਲਾਈਨ ਲਾਂਚ ਕੀਤੀ ਹੈ ਜਿਸ ਦੇ ਨਾਲ ਕੀ ਹੋਣ ਵਾਲਾ ਹੈ, ਜਿਹੜੇ ਸਾਡੇ ਸ਼ਡਿਊਲ ਕਾਸਟ ਦੇ ਲੋਕ ਹੈ ਜਾਂ ਫਿਰ ਜਿਹੜੇ ਸ਼ਡਿਊਲ ਟ੍ਰਾਈਬਸ ਦੀਆਂ ਕਮਿਊਨਿਟੀਜ਼ ਹੈ ਨਾ, ਉਹਨਾਂ ਦੇ ਨਾਲ ਜਿਹੜੀ ਵੀ ਜਗ੍ਹਾ ਦੇ ਉੱਪਰ ਡਿਸਕ੍ਰਿਮੀਨੇਸ਼ਨ ਹੋ ਰਿਹਾ, ਰੋਂਗ ਬਿਹੇਵੀਅਰ ਹੋ ਰਿਹਾ, ਠੀਕ ਹੈ, ਉਹਨੂੰ ਕੋਪ ਅਪ ਕਰਨ ਦੇ ਲਈ, ਟੈਕਲ ਕਰਨ ਦੇ ਲਈ ਹੈਲਪ ਮਿਲ ਪਾਏਗੀ, ਓਕੇ। ਔਰ ਇਹਦੇ ਨਾਲ ਉਹਨਾਂ ਨੂੰ ਫਿਰ ਪ੍ਰੋਟੈਕਸ਼ਨ ਦਿੱਤੀ ਜਾ ਸਕੇਗੀ, ਆਲਰਾਈਟ, ਠੀਕ ਹੈ। ਔਰ ਜਿਹੜੀ ਇਹ ਸਰਵਿਸ ਹੈ ਇਹਨਾਂ ਨੇ ਬੋਲਿਆ ਕਿ ਇਹਨੂੰ ਅਸੀਂ ਬੰਦ ਹੀ ਨਹੀਂ ਕਰਾਂਗੇ, ਮਤਲਬ 24/7 ਤੁਹਾਨੂੰ ਮਿਲੇਗੀ ਇਹ। ਔਰ ਇਹਨਾਂ ਨੇ ਇੱਕ ਚੀਜ਼ ਹੋਰ ਬੋਲੀ ਹੈ, ਪਹਿਲਾਂ ਤਾਂ ਇਹ ਦੇਖ ਲਓ ਕਿ ਕਿਹੜੇ ਵਾਲਾ ਨੰਬਰ ਇਸ ਦੇ ਲਈ ਲਿਆਂਦਾ ਗਿਆ, 14566, ਓਕੇ, ਐਸ ਦੇ ਉੱਪਰ ਅਵੇਲੇਬਲ ਹੋਏਗੀ। ਔਰ ਇਹਨਾਂ ਨੇ ਦੂਸਰੀ ਚੀਜ਼ ਕਿਹੜੀ ਬੋਲੀ ਹੈ ਕਿ ਇਹਨੂੰ ਹਿੰਦੀ, ਇੰਗਲਿਸ਼ ਐਂਡ ਜਿਹੜੀ ਵੀ ਸਟੇਟ ਹੋਏਗੀ, ਸਟੇਟ ਦੀਆਂ ਰੀਜਨਲ ਲੈਂਗੁਏजेस ਦੇ ਵਿੱਚ ਵੀ ਨਾ ਪ੍ਰੋਵਾਈਡ ਕੀਤਾ ਜਾਊਗਾ, ਓਕੇ, ਯੈਸ। ਨੈਕਸਟ ਕੁਐਸਚਨ ਹੈ यूपी ਦੀ ਗਵਰਨਮੈਂਟ ਜੋ ਹੈ ਇਹਨਾਂ ਨੇ ਐਗਰੀਕਲਚਰ ਸੈਕਟਰ ਨੂੰ ਬੂਸਟ ਕਰਨ ਦੇ ਲਈ ਕਿਹੜੀ ਸਕੀਮ ਲਿਆਂਦੀ ਹੈ, ਓਕੇ। ਤਾਂ ਇਸ ਸਕੀਮ ਦਾ ਨਾਮ ਹੈ ਆਤਮ ਨਿਰਭਰ ਕ੍ਰਿਸ਼ਕ ਡਿਵੈਲਪਮੈਂਟ ਸਕੀਮ, ਓਕੇ। ਔਰ ਦੇਖੋ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਸਾਨ, ਐਗਰੀਕਲਚਰ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਨਿਊਜ਼ ਵਿੱਚ ਨੇ, ਹੈ ਨਾ। ਇਸ ਲਈ ਇਹਨਾਂ ਦੇ ਨਾਲ ਰਿਲੇਟਿਡ ਅਗਰ ਕੋਈ ਵੀ ਸਕੀਮ ਜਾਂ ਕੋਈ ਨਿਊਜ਼ ਆਉਂਦੀ ਹੈ
ਤਾਂ ਤੁਸੀਂ ਉਹਨੂੰ ਅੱਛੀ ਤਰ੍ਹਾਂ ਕਵਰ ਕਰੋਗੇ। ਆਲਰਾਈਟ, ਠੀਕ ਹੈ। ਫਿਰ ਇੱਥੇ ਹੁਣ ਅਸੀਂ ਪਾਰਟਿਕੂਲਰ ਜੋ ਸਕੀਮ ਹੈ ਇਸ ਦੀ ਗੱਲ ਕਰ ਲੈਂਦੇ ਹਾਂ। ਤਾਂ ਇਹ ਸਕੀਮ ਨੂੰ ਇਹਨਾਂ ਨੇ ਬੋਲਿਆ ਕਿ ਜਿਹੜਾ ਕਰੰਟ ਫਾਈਨੈਂਸ਼ੀਅਲ ਈਅਰ ਹੈ ਨਾ, ਇਸ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਣਾ ਹੈ। ਓਕੇ, ਔਰ ਇਹ ਸਕੀਮ ਦੇ ਅੰਡਰ ਇਹਨਾਂ ਨੇ ਕਿਹਾ ਜਿਹੜੇ ਫਾਰਮਰ ਹੋਣਗੇ ਨਾ, ਉਹਨਾਂ ਦੇ ਜਿਹੜੇ ਪ੍ਰੋਡਿਊਸਰ ਹੋਣਗੇ ਜਾਂ ਫਿਰ ਜਿਹੜੇ ਆਰਗੇਨਾਈਜੇਸ਼ਨਸ ਫਾਰਮਿੰਗ ਦੇ ਨਾਲ ਰਿਲੇਟ ਕੀਤੀਆਂ ਜਾਣਗੀਆਂ ਹੈ ਨਾ, ਇਹਨਾਂ ਸਾਰਿਆਂ ਨੂੰ ਇੱਕ ਪ੍ਰੋਪਰ ਤਰੀਕੇ ਦੇ ਨਾਲ ਫਾਰਮ ਕੀਤਾ ਜਾਏਗਾ। ਉਹਨੂੰ ਬੋਲਿਆ ਜਾਏਗਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ, ਰਾਈਟ। ਔਰ ਆਉਣ ਵਾਲੇ 3 ਸਾਲ ਦੇ ਅੰਦਰ ਅੰਦਰ ਕੀ ਹੋਣ ਵਾਲਾ ਹੈ, ਹਰ ਇੱਕ ਬਲੋਕ ਦੇ ਵਿੱਚ 1475 ਆਰਗੇਨਾਈਜੇਸ਼ਨ ਟੋਟਲ ਹੈ ਜਿਹੜੀਆਂ ਬਣਨਗੀਆਂ। ਓਕੇ, ਔਰ ਇਹ ਸਕੀਮ ਦੇ ਅੰਡਰ ਲੌਂਗ ਟਰਮ ਜਿਹੜੇ ਡੈਟ ਫਾਈਨਾਂਸ ਕੀਤੇ ਜਾਣਗੇ। ਇੱਕ ਤਰ੍ਹਾਂ ਤੁਸੀਂ ਸਮਝ ਲਓ ਕਿ ਲੋਨ ਵਾਲੀ ਸਕੀਮ ਹੈ, ਠੀਕ ਹੈ। ਇਹਨਾਂ ਨੇ ਬੋਲਿਆ ਤੁਸੀਂ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਹੈ, ਕਮਿਊਨਿਟੀ ਲਈ ਇਨਵੈਸਟ ਕਰਨਾ ਹੈ, ਤਾਂ ਇਹਦੇ ਲਈ ਤੁਹਾਨੂੰ ਬੜੇ ਆਰਾਮ ਨਾਲ ਲੋਨ ਮਿਲੇਗਾ। ਔਰ ਇਹਨਾਂ ਨੇ ਕਿਹਾ ਜਿਹੜੇ ਬੈਂਕ ਹੁੰਦੇ ਆ ਜਾਂ ਫਿਰ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੁੰਦੇ ਨੇ ਨਾ, ਉਹ ਵੀ ਲੋਨ ਦੇ ਲਈ ਪਤਾ ਕਿੰਨਾ ਦੇਣਗੇ, 1 ਲੱਖ ਕਰੋੜ ਜਿਹੜੇ ਹੈਗੇ ਨੇ ਨਾ ਫਾਰਮਰਸ, ਸੈਲਫ ਹੈਲਪ ਗਰੁੱਪ ਜਾਂ ਫਿਰ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਜ਼ ਵਗੈਰਾ, ਇਹਨਾਂ ਸਾਰਿਆਂ ਨੂੰ ਦੇਣਗੇ, ਠੀਕ ਹੈ। ਔਰ ਜਿੰਨੇ ਵੀ ਲੋਨ ਹੈ ਬਹੁਤ ਹੀ ਜ਼ਿਆਦਾ ਮਾਈਨਰ ਜੇ ਰੇਟ ਆਫ ਇੰਟਰਸਟ ਦੇ ਉੱਪਰ ਇਹਨਾਂ ਨੂੰ ਪ੍ਰੋਵਾਈਡ ਹੋਣੇ ਆ। ਇਹਨਾਂ ਨੇ ਬੋਲਿਆ ਓਨਲੀ 3% ਪਰ ਐਨਮ ਇੰਟਰਸਟ ਦੇ ਉੱਪਰ ਦਿੱਤੇ ਜਾਣੇ ਆ, ਠੀਕ ਹੈ। ਔਰ ਇਸ ਸਕੀਮ ਨੂੰ ਇਹਨਾਂ ਨੇ ਕੀ ਕਿਹਾ ਹੈ, ਫੰਡ ਕੌਣ ਕਰੇਗਾ, ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਦੇ ਦੁਆਰਾ ਇਹਨੂੰ ਫੰਡ ਕੀਤਾ ਜਾਊਗਾ। ਓਕੇ, ਹੁਣ ਅਸੀਂ ਇੱਥੇ ਗੱਲ ਕੀਤੀ ਯੂਪੀ ਦੀ, ਰਾਈਟ। ਯੂਪੀ ਦੀ ਕੈਪੀਟਲ ਕੀ ਹੈ ਜੀ, ਲਖਨਊ। ਸੀਐਮ ਕੌਣ ਹੈਗੇ ਆ, योगी आदित्यनाथ एंड गवर्नर हो जाएंगे आनंदीबेन पटेल। ओके, हाँ जी। रीसेंट न्यूज़ दे विच की है जी, गवर्नमेंट ऑफ इंडिया ने एक प्रोजेक्ट नू जो है अप्रूव कर दिता है। इन्होंने ने बोलिया 2 रिवर्स है केन एंड बेतवा। ओके, इन्होंने इंटरलिंक करने के लिए अप्रूवल मिल गई है। ओके, और इस प्रोजेक्ट नू एक स्पैशल परपज़ वहीकल के थ्रू इंप्लीमेंट किया जाऊगा। इसका नाम की रखा गया, इस स्पैशल परपज़ वहीकल का नाम है कैन बेतवा लिंक प्रोजेक्ट अथॉरिटी। ऑलराइट, ओके। और ਇਹਦੇ अंडर केन ਤੇ बेतवा रिवर ਦੇ ਉੱਪਰ ਇੱਕ ਨਾ ਡੈਮ ਬਣਾਇਆ ਜਾਣਾ ਹੈ, ਠੀਕ ਹੈ। ਇਸ ਡੈਮ ਦਾ ਨਾਮ ਤੁਹਾਡੇ ਲਈ ਇੰਪੋਰਟੈਂਟ ਰਹੇਗਾ, ਇਸ ਲਈ ਯਾਦ ਰੱਖਣਾ ਇਹ ਹੋ ਜਾਏਗਾ दाऊधन। ओके, ਕਿੱਥੇ ਬਣਾਇਆ ਜਾਏਗਾ, कैन एंड बेतवा रिवर्स ਦੇ ਉੱਪਰ। ओके, एंड ਇਹਨਾਂ ਦੋਨੋਂ ਰਿਵਰ ਦਾ ਜਿਹੜਾ ਪਾਣੀ ਹੈ ਉਹਨੂੰ ਵੀ ਇਹਨਾਂ ਨੇ ਬੋਲਿਆ ਕਿ ਇੱਕ ਕੈਨਾਲ ਦੇ ਨਾਲ ਨਾ ਅਸੀਂ ਇਹਨਾਂ ਨੂੰ ਆਪਸ ਦੇ ਵਿੱਚ ਨਾ ਕਨੈਕਟ ਕਰ ਦੇਣਾ ਆ। ऑलराइट, फायदा की होएगा, इस दे नाल इन्होंने क्या है कि ना 10.62 लाख हैक्टेयर लैंड जो है इनू 1 साल के अंदर अंदर इरीगेट किया जा सकेगा। इन्ना ही नहीं, इन्होंने क्या है कि इत्थे दी 62 लाख की जिहड़ी पॉपूलेशन है ना, उन्होंने ड्रिंकिंग वाटर भी इस प्रोजेक्ट के अंडर प्रोवाइड किया जा सकेगा। ऑलराइट, ओके। दिस वन इज वेरी इंपॉर्टेंट क्वेश्चन, एस्कॉट वाइल्ड लाइफ सेंचुरी, ठीक है। ਇਹ ਕਿਹੜੀ ਸਟੇਟ ਦੇ ਵਿੱਚ ਇਹਦੀ ਲੋਕੇਸ਼ਨ ਹੈ, ਤਾਂ ਇਹ ਹੋ ਜਾਏਗੀ ਜੀ ਉੱਤਰਾਖੰਡ ਦੇ ਵਿੱਚ। ਓਕੇ, ਔਰ ਇਹ ਉੱਤਰਾਖੰਡ ਦੇ ਪਿਥੌਰਾਗੜ੍ਹ ਡਿਸਟ੍ਰਿਕਟ ਦੇ ਵਿੱਚ ਲੋਕੇਟਡ ਹੈਗੀ ਹੈ। ਅਸੀਂ ਇੱਥੇ ਕਿਉਂ ਕਰ ਰਹੇ ਹਾਂ, ਵਾਈ ਨਿਊਜ਼। ਦੇਖੋ ਰੀਸੈਂਟਲੀ ਜਿਹੜੀ ਸਾਡੀ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਹੈ, ਠੀਕ ਹੈ, ਇਹਨਾਂ ਨੇ ਕੀ ਕੀਤਾ, ਐਸਕੋਟ ਵਾਈਲਡ ਲਾਈਫ ਸੈਂਚੁਰੀ ਦੇ ਅਰਾਊਂਡ 454 ਸਕੁਆਇਰ ਕਿਲੋਮੀਟਰ ਦਾ ਜੋ ਏਰੀਆ ਨਾ, ਇਹਨੂੰ ਇਹਨਾਂ ਨੇ ਈਕੋ ਸੈਂਸਿਟਿਵ ਜ਼ੋਨ ਡਿਕਲੇਅਰ ਕਰ ਦਿੱਤਾ ਹੈ, राइट। और ये जो नोटिफाइड एरिया है ये एस्कॉट वॉल सेंचुरी तो किन्ने किलोमीटर तक फैलिया होएगा, 22 किलोमीटर तक एक्सटेंडेड होगा। ओके, और इस सेंचुरी नू एंडेंजर्ड मस्क डियर दी स्पीशीज ये तुसी याद रखना है, ये पूछा जा सकता है कि मस्क डियर जो हैगे है ये किस वाइल्ड लाइफ सेंचुरी च मिलते हैं, तो तुहानू याद रहना चाहिए एस्कॉट वाइल्ड लाइफ सेंचुरी, राइट। तो मस्क डियर जो है एंड दी स्पीसीज नू प्रोटेक्ट करने दे लई ही इस नू बनाया गया सीगा एट वाइल्ड लाइफ सेंचुरी नू। एंड ऐसे करके इस वाइल्ड लाइफ सेंचुरी नू ना एक होर नाम दे नाल जानदे आ, इहनू बोलदे आ मस्क डियर पार्क। ओके, और अगर तुहाडे कोल पुछया जाए मिनिस्ट्री ऑफ फॉरेस्ट एंड क्लाइमेट ये किन्ना दे कोल है जी, ये हो जाएंगे मिस्टर भूपेंद्र यादव। ऑलराइट, हाँ जी। रीसेंट न्यूज़ देखो, तो अगर तुहाडे कोलों अज एक ट्रिक याद रखना, अगर तुहाडे कोलों किसी भी तरह का गार्डन, किसी भी तरह का कंजरवेशन सेंटर, राइट, या फिर किसी भी तरीके का पार्क पूछा जाए कि पहला कित्थे आया है, तो अगर ऑप्शन दे विच उत्तराखंड है एंड तुहानू आंसर नहीं आता तो प्लीज़ मार्क उत्तराखंड विदाउट एनी डाउट, ठीक है। देखो इंडिया का पहला ग्रास कंजरवेशन सेंटर
उत्तराखंड ਦੇ ਵਿੱਚ ਬਣਿਆ। ਇੰਡੀਆ ਦਾ ਪਹਿਲਾ ਐਰੋਮੈਟਿਕ ਗਾਰਡਨ ਇਹ ਵੀ ਉੱਤਰਾਖੰਡ ਦੇ ਵਿੱਚ ਓਪਨ ਕੀਤਾ ਗਿਆ। ਉੱਤਰਾਖੰਡ ਪਹਿਲੀ ਸਟੇਟ ਬਣੀ ਜਿਸਨੇ ਕੀ ਸਾਈਨ ਕੀਤਾ ਇੱਕ ਐਗਰੀਮੈਂਟ ਗਵਰਨਮੈਂਟ ਆਫ ਇੰਡੀਆ ਦੇ ਨਾਲ, ਕਿਸ ਦੇ ਲਈ, ਕੰਸਟਰਕਸ਼ਨ ਕਰਨ ਦੇ ਲਈ ਸੈਂਟਰ ਫॉर ਰੋਪਵੇ। ਠੀਕ ਹੈ, ਬਿਕਾਜ਼ ਤੁਹਾਨੂੰ ਪਤਾ ਹੈ ਇੱਥੇ ਦੇ ਰਸਤੇ ਬਹੁਤ ਜ਼ਿਆਦਾ ਐਦਾਂ ਦੇ ਹੈਗੇ ਨੇ ਜਿਹੜੇ ਕਿ ਡੇਂਜਰਸ ਨੇ, ਰਾਈਟ। ਤੇ ਇਹਨਾਂ ਨੇ ਬੋਲਿਆ ਕਿ ਸਸਤਾ ਔਰ ਟਿਕਾਊ ਸਾਧਨ ਮਿਲ ਪਾਏਗਾ ਰੋਪਵੇ। ਓਕੇ, ਉਸ ਤੋਂ ਬਾਅਦ ਇੰਡੀਆ ਦਾ ਲਾਰਜੈਸਟ ਓਪਨ 에ਅਰ ਰਿਫਾਈਨਰੀ, ਇਹਨੂੰ ਵੀ ਕਿੱਥੇ ਓਪਨ ਕੀਤਾ ਗਿਆ, ਅਗੇਨ ਉੱਤਰਾਖੰਡ। ਇੰਡੀਆ ਦਾ ਹਾਈਐਸਟ ਹਰਬਲ ਪਾਰਕ, ਇਹ ਵੀ ਡਿਵੈਲਪ ਕੀਤਾ ਗਿਆ ਉੱਤਰਾਖੰਡ ਦੇ ਵਿੱਚ। ਇੰਡੀਆ ਦਾ ਪਹਿਲਾ ਕ੍ਰਿਪਟੋਗੇਮਿਕ ਗਾਰਡਨ, ਇਹ ਵੀ ਉੱਤਰਾਖੰਡ ਦੇ ਦੇਹਰਾਦੂਨ ਦੇ ਵਿੱਚ ਹੀ ਬਣਿਆ। ਤਾਂ ਤੁਸੀਂ ਸਮਝ ਪਾ ਰਹੇ ਹੋ, ਪਾਰਕ ਹੈ, ਗਾਰਡਨ ਹੈ, ਹਰ ਤਰ੍ਹਾਂ ਦੇ, ਪਹਿਲੇ, ਉੱਚੇ, ਲੰਬੇ, ਵੱਡੇ, ਈਵਨ ਲਾਈਕਨ ਪਾਰਕ ਵੀ ਉੱਤਰਾਖੰਡ ਦੇ ਵਿੱਚ ਹੀ ਹੈ ਪਹਿਲਾ, ਰਾਈਟ। ਤਾਂ ਇਹ ਤੁਸੀਂ ਸਾਰੇ ਉੱਤਰਾਖੰਡ ਦੇ ਨਾਲ ਰਿਲੇਟ ਕਰਨਾ। ਓਕੇ, ਆਫਟਰ ਦੈਟ ਇੰਡੀਆ ਦਾ ਪਹਿਲਾ ਡਰੋਨ ਫੇਅਰ, ਇਸ ਨੂੰ ਕਿੱਥੇ ਆਰਗੇਨਾਈਜ਼ ਕੀਤਾ ਗਿਆ, ਤਾਂ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਜੀ ਮੱਧ ਪ੍ਰਦੇਸ਼ ਦੇ ਵਿੱਚ। ਠੀਕ ਹੈ, ਔਰ ਐਸ ਫੇਅਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ। ਇਹਨੂੰ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਐਂਡ ਮੱਧ ਪ੍ਰਦੇਸ਼ ਗਵਰਨਮੈਂਟ, ਉਹਨਾਂ ਦੇ ਨਾਲ ਫਿੱਕੀ ਮਤਲਬ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਕਾਮਰਸ ਐਂਡ ਇੰਡਸਟਰੀ, ਰਾਈਟ। ਇਹਨਾਂ ਸਾਰਿਆਂ ਨੇ ਨਾ ਜੁਆਇੰਟਲੀ ਯਾਨੀ ਮਿਲ ਕੇ ਆਰਗੇਨਾਈਜ਼ ਕੀਤਾ। ਔਰ ਇਸ ਫੇਅਰ ਦੇ ਵਿੱਚ ਕੀ ਅਨਾਉਂਸ ਕੀਤਾ, ਇਹਨਾਂ ਨੇ ਬੋਲਿਆ ਕਿ ਐਮਪੀ ਦੇ ਵਿੱਚ ਨਾ 5 ਡਰੋਨ ਸਕੂਲ ਜੋ ਹੈ ਇਹਨੂੰ ਓਪਨ ਕੀਤਾ ਜਾਊਗਾ। ਤਾਂ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ ਕਿਹੜੀ ਕਿਹੜੀ ਜਗ੍ਹਾ ਤੇ ਹੈ। ਓਕੇ, ਫਸਟ ਹੋਏਗਾ ਗਵਾਲੀਅਰ ਚ, ਦੂਸਰਾ ਭੋਪਾਲ ਦੇ ਵਿੱਚ, ਤੀਸਰਾ ਆਏਗਾ ਇੰਦੌਰ, ਚੌਥਾ ਹੈ ਜਬਲਪੁਰ ਐਂਡ ਲਾਸਟ ਤੇ ਆ ਜਾਏਗਾ ਸਾਤਨਾ। ਓਕੇ, ਹੁਣ ਗੱਲ ਕਰ ਰਹੇ ਹਾਂ ਐਮਪੀ ਦੀ। ਕੈਪੀਟਲ ਭੋਪਾਲ ਹੈ, ਗਵਰਨਰ ਮੰਗੂਬਾਈ ਪਟੇਲ ਨੇ, ਸੀਐਮ ਹੋ ਜਾਣਗੇ शिवराज सिंह चौहान। ओके, यस, रीसेंट कुछ न्यूज़ ਨੂੰ देखिए ਤਾਂ मध्य प्रदेश ने लॉन्च की मुख्यमंत्री राशन आपके द्वार योजना। ओके, और ਇਹਦੇ ਨਾਲ ਕੀ ਹੋਣਾ ਹੈ, ਇਹ ਇਹਨਾਂ ਨੇ ਸ਼ੁਰੂ ਕੀਤੀ ਹੈ ਸਪੈਸ਼ਲੀ ਟ੍ਰਾਈਬਲ ਫੈਮਿਲੀਜ਼ ਦੇ ਲਈ। ਓਕੇ, ਇਹਨਾਂ ਨੇ ਬੋਲਿਆ ਹੈ ਕਿ ਜਿਹੜੀਆਂ ਟ੍ਰਾਈਬਲ ਫੈਮਿਲੀਜ਼ ਗਰੀਬ ਹੁੰਦੀਆਂ ਉਹਨਾਂ ਦੇ ਘਰਾਂ ਤੱਕ ਟਰਾਂਸਪੋਰਟ ਦੇ ਨਾਲ ਰਾਸ਼ਨ ਜੋ ਹੈ ਪਹੁੰਚਾਇਆ ਜਾਊਗਾ ਐਮਪੀ ਦੇ ਵਿੱਚ। ਓਕੇ, ਯਸ, ਇਸ ਤੋਂ ਬਾਅਦ ਸਮਾਜਿਕ ਅਧਿਕਾਰਿਤਾ ਸ਼ਿਵਿਰ, ਇਸ ਨੂੰ ਵੀ ਐਮਪੀ ਦੇ ਵਿੱਚ ਹੀ ਆਰਗੇਨਾਈਜ਼ ਕੀਤਾ ਗਿਆ। ਓਕੇ, ਔਰ ਇਸ ਸ਼ਿਵਿਰ ਦੇ ਵਿੱਚ ਹੋਇਆ ਕੀ ਹੈ ਜੀ, ਜਿਹੜੇ ਦਿਵਿਆਂਗਜਨ ਹੁੰਦੇ ਆ ਨਾ, ਹੈ ਨਾ, ਡਿਫਰੈਂਟਲੀ ਏਬਲ ਪਰਸਨ ਹੁੰਦੇ ਆ, ਉਹਨਾਂ ਨੂੰ ਹੈਲਪਿੰਗ ਅਸਿਸਟਿਵ ਡਿਵਾਈਸਿਸ ਜੋ ਹੈ ਔਰ ਏਡਸ ਹੈ ਇਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਗਿਆ। ਓਕੇ, ਆਫਟਰ ਦੈਟ ਐਮਪੀ ਦੂਸਰੀ ਇੱਦਾਂ ਦੀ ਸਟੇਟ ਬਣੀ ਜਿਸ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2021 ਨੂੰ ਇੰਪਲੀਮੈਂਟ ਕੀਤਾ, ਰਾਈਟ। ਪਹਿਲੀ ਸਟੇਟ ਕਿਹੜੀ ਹੈ ਜੀ, ਇਹ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ, ਇਟ ਇਜ਼ ਕਰਨਾਟਕਾ। ਓਕੇ, ਠੀਕ ਹੈ। ਇਸ ਤੋਂ ਬਾਅਦ ਗਵਾਲੀਅਰ ਐਂਡ ਓਰਛਾ, ਇਹ ਦੋ ਐਮਪੀ ਦੀਆਂ ਐਦਾਂ ਦੀਆਂ ਸਿਟੀਜ਼ ਨੇ ਜਿਨ੍ਹਾਂ ਨੂੰ ਯੂਨੈਸਕੋ ਨੇ ਚੂਜ਼ ਕੀਤਾ ਆਪਣੇ ਹਿਸਟੋਰਿਕ ਅਰਬਨ ਲੈਂਡਸਕੇਪ ਪ੍ਰੋਜੈਕਟ ਦੇ ਅੰਡਰ। ਓਕੇ, ਔਰ ਇਹ ਜਿਹੜਾ ਪ੍ਰੋਜੈਕਟ ਹੈ ਕਦੋਂ ਸਟਾਰਟ ਕੀਤਾ ਗਿਆ ਸੀ, 2011 ਦੇ ਵਿੱਚ। ਠੀਕ ਹੈ, ਔਰ ਹੁਣ ਐਸੇ ਪ੍ਰੋਜੈਕਟ ਦੇ ਅੰਡਰ ਯੂਨੈਸਕੋ ਕੀ ਕਰੇਗਾ, ਐਮਪੀ ਦੇ ਗਵਾਲੀਅਰ ਐਂਡ ਓਰਛਾ ਨੂੰ ਖੁਦ ਆਪਣੇ ਖਰਚੇ ਦੇ ਉੱਪਰ ਡਿਵੈਲਪ ਕਰੂਗਾ। ਓਕੇ, ਆਫਟਰ ਦੈਟ ਇੱਥੇ ਆਈ ਇੱਕ ਸਕੀਮ ਐਮਪੀ ਦੇ ਵਿੱਚ, ਨਾਮ ਹੈ ਜੀ ਯੁਵਾ ਸ਼ਕਤੀ ਕੋਰੋਨਾ ਮੁਕਤੀ ਅਭਿਆਨ। ਠੀਕ ਹੈ, ਔਰ ਇਹਦੇ ਵਿੱਚ ਇਹਨਾਂ ਨੇ ਯੂਥ ਦੀ ਹੈਲਪ ਦੇ ਨਾਲ ਕੋਵਿਡ ਨੂੰ ਟੈਕਲ ਕਰਨ ਦੇ ਲਈ ਕੰਮ ਕੀਤੇ ਸੀ। ਓਕੇ, ਯੈਸ, ਇਸ ਤੋਂ ਬਾਅਦ ਕਿਹੜੀ ਸਟੇਟ ਹੈ ਜਿਸ ਨੇ ਬੋਲਿਆ ਹੈ ਕਿ ਉਹਨਾਂ ਜਨਰਲ ਕੈਟਾਗਰੀ ਦੇ ਲਈ ਇੱਕ ਕਮਿਸ਼ਨ ਲੈ ਕੇ ਆਉਣਗੇ, ਠੀਕ ਹੈ, ਸੈਟਅਪ ਕਰਨਗੇ, ਤਾਂ ਇਹ ਹੋ ਜਾਏਗੀ ਜੀ ਹਿਮਾਚਲ ਪ੍ਰਦੇਸ਼। ਆਲਰਾਈਟ, ਇਸ ਤਰ੍ਹਾਂ ਦਾ ਇੱਕ ਕਮਿਸ਼ਨ ਪਹਿਲਾਂ ਵੀ ਆ ਚੁੱਕਿਆ ਹੈ, ਕਿੱਥੇ ਜੀ, ਮੱਧ ਪ੍ਰਦੇਸ਼ ਦੇ ਵਿੱਚ। ਤਾਂ ਹਿਮਾਚਲ ਪ੍ਰਦੇਸ਼ ਨੇ ਹੁਣ ਮੱਧ ਪ੍ਰਦੇਸ਼ ਦੇ ਨਕਸ਼ੇ ਕਦਮ ਦੇ ਉੱਪਰ ਇਹਨੂੰ ਫਾਰਮ ਕੀਤਾ ਆ, ਰਾਈਟ। ਅੱਛਾ, ਹੁਣ ਇਹਦੇ ਵਿੱਚ ਕੀ ਹੋਣਾ ਜੀ, ਇਹਦੇ ਵਿੱਚ ਇਹਨਾਂ ਨੇ ਬੋਲਿਆ ਵਾ ਕਿ ਇਹਦਾ ਅਸੀਂ ਪਹਿਲਾਂ ਤਾਂ ਇੱਕ ਨਾਮ ਰੱਖਿਆ, ਨਾਮ ਕੀ ਹੈ, ਸਾਮਾन्य वर्ग आयोग। ठीक है, सामान्य वर्ग आयोग। ऑलराइट, और एचपी ਦੇ ਵਿੱਚ ਨਾ ਅਗਰ ਤੁਸੀਂ ਗੱਲ ਕਰੋਗੇ ਐਸਸੀਜ਼ ਦੀ ਯਾਨੀ ਕਿ ਸ਼ੈਡਿਊਲ ਕਾਸਟ ਦੀ, ਤਾਂ ਉਹਨਾਂ ਦੇ ਲਈ ਕਮਿਸ਼ਨ ਪਹਿਲਾਂ ਹੀ ਆਪਰੇਸ਼ਨਲ ਹੈਗਾ ਆ। ਇਹਦੇ ਫਿਰ ਚੇਅਰਮੈਨ ਕੌਣ ਹੈਗੇ, ਵੀਰੇਂਦਰ ਕਸ਼ਯਪ। ਓਕੇ, ਹੁਣ ਜਨਰਲ ਕੈਟਾਗਰੀ ਦੇ ਲਈ ਵੀ ਬਣੇਗਾ। ਓਕੇ, ਠੀਕ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਐਚਪੀ ਦੀ, ਤਾਂ ਕੈਪੀਟਲ 2 ਹੈ ਨਾ, शिमला हो जाएगी समर दी और धर्मशाला हो जाएगी विंटर दी कैपिटल। राइट, सीएम कौन है, जयराम ठाकुर। गवर्नर हो जाएंगे राजेंद्र आर्लेकर। ओके, ठीक है। हुण देखते हैं रीसेंट दे कुछ न्यूज़।
ਤਾਂ ਹਿਮਾਚਲ ਪ੍ਰਦੇਸ਼ ਦੀ ਜੋ ਪੁਲਿਸ ਹੈ ਇਹਨਾਂ ਨੂੰ ਪ੍ਰੈਜ਼ੀਡੈਂਟਸ ਕਲਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਬਿਕਾਜ਼ ਇਹਨਾਂ ਨੇ ਹਿਊਮੈਨਿਟੀ ਦੀ ਜਿਹੜੀ ਲਾਈਕ ਸੇਵਾ ਹੁੰਦੀ ਹੈ, ਠੀਕ ਹੈ, ਉਸ ਦੇ ਲਈ ਔਰ ਆਪਣੀ ਜੌਬ ਨੂੰ ਅੱਛੇ ਤਰੀਕੇ ਦੇ ਨਾਲ ਇੰਪਲੀਮੈਂਟ ਕਰਨ ਦੇ ਲਈ ਸਟੇਟ ਦੇ ਵਿੱਚ ਅੱਛਾ ਔਰ ਸੁੰਦਰ ਸਵੱਛ ਵਾਲਾ ਜਿਹੜਾ ਐਟਮੋਸਫੇਅਰ ਹੈ ਇਹ ਇੱਥੇ ਦੇ ਲੋਕਾਂ ਨੂੰ ਦੇਣ ਦੇ ਲਈ ਬਹੁਤ ਅੱਛਾ ਕੰਮ ਕੀਤਾ, ਇਸ ਲਈ ਇਹਨਾਂ ਨੂੰ ਇਹ ਵਾਲਾ ਅਵਾਰਡ ਮਿਲਿਆ, ਠੀਕ ਹੈ। ਆਫਟਰ ਦੈਟ ਵੀਵਰ ਸਰਵਿਸ ਐਂਡ ਡਿਜ਼ਾਈਨ ਰਿਸੋਰਸ ਸੈਂਟਰ, ਦੇਖੋ ਜਿਹੜੀ ਸਾਡੀ ਮਿਨਿਸਟਰੀ ਆਫ ਕਾਮਰਸ ਇੰਡਸਟਰੀ ਐਂਡ ਟੈਕਸਟਾਈਲ ਹੈ, ਇਹਦੇ ਮਿਨਿਸਟਰ ਕੌਣ ਹੈ? ਪੀਯੂਸ਼ ਗੋਇਲ, ਰਾਈਟ। ਪੀਯੂਸ਼ ਗੋਇਲ ਨੇ ਅਨਾਉਂਸ ਕੀਤਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਕੁੱਲੂ, ਤੁਸੀਂ ਡੈਫੀਨੇਟਲੀ ਸੁਣਿਆ ਹੋਏਗਾ, ਰਾਈਟ। ਤਾਂ ਕੁੱਲੂ ਦੇ ਵਿੱਚ ਨਾ ਇਹ ਵਾਲਾ ਸੈਂਟਰ ਇਸ ਨੂੰ ਡਿਵੈਲਪ ਕੀਤਾ ਜਾਊਗਾ, ਓਪਨ ਕੀਤਾ ਜਾਣਾ ਹੈ, ਠੀਕ ਹੈ। ਕਿਸ ਲਈ? ਕਿਉਂਕਿ ਅਸੀਂ ਚਾਹੁੰਦੇ ਹਾਂ ਜਿਹੜਾ ਸਾਡਾ ਹੈਂਡੀਕ੍ਰਾਫਟ ਹੈ ਬਹੁਤ ਅਟਰੈਕਟਿਵ ਹੈ, ਸਾਨੂੰ ਪਤਾ ਹੈ ਨਾ, ਇਹਦੇ ਜਿੰਨੇ ਵੀ ਪ੍ਰੋਡਕਟ ਹੁੰਦੇ ਆ ਇਹਨਾਂ ਨੂੰ ਐਸ ਕੁਆਲਿਟੀ ਤੱਕ ਲੈ ਕੇ ਜਾਣਾ ਕਿ ਐਕਸਪੋਰਟ ਕਰਨ ਦੇ ਵਿੱਚ ਹੈਲਪ ਮਿਲ ਸਕੇ, ਆਲਰਾਈਟ। ਇਸ ਦੇ ਲਈ ਫਿਰ ਇਹ ਵਾਲਾ ਸੈਂਟਰ ਵੀਵਰ ਸਰਵਿਸ ਐਂਡ ਡਿਜ਼ਾਈਨ ਰਿਸੋਰਸ ਸੈਂਟਰ ਇਹਨੂੰ ਬਣਾਇਆ ਜਾ ਰਿਹਾ ਹੈ ਕੁੱਲੂ ਦੇ ਵਿੱਚ, ਓਕੇ, ਠੀਕ ਹੈ। ਨੈਕਸਟ ਕੁਐਸਚਨ ਦੇਖੋ, which state of UP has recently been recognized as Ramsar site? Again, ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਤੁਹਾਨੂੰ ਇਹ ਵਾਲਾ ਕੁਐਸਚਨ ਵੀ ਡੈਫੀਨੇਟਲੀ 100% ਦੇਖਣ ਨੂੰ ਮਿਲੇਗਾ ਕਿ ਯੂਪੀ ਦੀ ਕਿਹੜੀ ਸਾਈਟ ਹੈ ਜਿਸ ਨੂੰ ਹੁਣੇ ਰਾਮਸਰ ਸਾਈਟ ਦਾ ਦਰਜਾ ਦਿੱਤਾ ਗਿਆ ਹੈ, ਤਾਂ ਇਸ ਦਾ ਨਾਮ ਹੋ ਜਾਏਗਾ ਹੈਦਰਪੁਰ ਵੈਟਲੈਂਡ, ਓਕੇ। ਤਾਂ ਇਹ ਐਮਪੀ ਦੇ ਬਰਾਜ ਦੇ ਵਿੱਚ ਐਮਪੀ ਕਹਿ ਰਹੀ ਹਾਂ, ਮੱਧਿਆ ਗੰਗਾ ਬੈਰਾਜ ਦੇ ਵਿੱਚ ਨਾ ਯੂਪੀ ਦੇ ਬਿਜਨੌਰ ਦੇ ਨੇੜੇ ਕਿਤੇ ਲੋਕੇਟਡ ਹੈ, ਰਾਈਟ, ਓਕੇ। ਔਰ ਹੁਣ ਇਹਨੂੰ 1971 ਦੀ ਜੋ ਰਾਮਸਰ ਕਨਵੈਨਸ਼ਨ ਹੈ ਨਾ, ਉਹਦੇ ਅੰਡਰ ਹੀ ਰਾਮਸਰ ਵੈਟਲੈਂਡ ਸਾਈਟ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ, ਓਕੇ, ਠੀਕ ਹੈ। ਔਰ ਹੁਣ ਨਾ ਯੂਪੀ ਦੇ ਵਿੱਚ ਟੋਟਲ ਰਾਮਸਰ ਸਾਈਟ ਕਿੰਨੀਆਂ ਹੋ ਗਈਆਂ? 19 ਹੋ ਗਈਆਂ, ਰਾਈਟ। ਇੱਥੇ ਤੁਹਾਡੇ ਲਈ ਅੱਜ ਦਾ ਇੱਕ ਕੁਐਸਚਨ ਹੈ, ਤੁਸੀਂ ਮੈਨੂੰ ਦੱਸੋਗੇ ਪੰਜਾਬ ਦੇ ਵਿੱਚ ਕਿਹੜੀਆਂ ਔਰ ਕਿੰਨੀਆਂ ਰਾਮਸਰ ਸਾਈਟਸ ਹੈ, ਓਕੇ, ਠੀਕ ਹੈ। ਹੁਣ ਇਹ ਜਿਹੜੀ ਵੈਟਲੈਂਡ ਹੈ ਇਹਨੂੰ ਨਾ ਨਮਾਮੀ ਗੰਗੇ ਪ੍ਰੋਗਰਾਮ ਦੇ ਅੰਡਰ ਵੀ ਆਇਡੈਂਟੀਫਾਈ ਕੀਤਾ ਜਾ ਚੁੱਕਿਆ ਹੈ। ਨਮਾਮੀ ਗੰਗੇ ਕੀ ਹੈ? ਦੇਖੋ ਇਹਦੇ ਵਿੱਚ ਗੰਗਾ ਦੇ ਨਜ਼ਦੀਕ ਜਿੰਨੀਆਂ ਵੀ ਮੋਡਲ ਵੈਟਲੈਂਡਸ ਹੈ ਉਹਨਾਂ ਨੂੰ ਚੁਣਿਆ ਜਾਂਦਾ ਹੈ, ਆਲਰਾਈਟ। ਔਰ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਐਟ ਪ੍ਰੈਜ਼ੈਂਟ ਇੰਡੀਆ ਦੇ ਵਿੱਚ ਹੁਣ ਕਿੰਨੀਆਂ ਵੈਟਲੈਂਡ ਹੋ ਗਈਆਂ ਤਾਂ ਰਿਮੈਂਬਰ these are 47 in counting, alright, ਠੀਕ ਹੈ। ਹੁਣ ਦੇਖੋ ਜੀ ਰੀਸੈਂਟ ਨਿਊਜ਼, ਤਾਂ ਇਹ ਹੈ ਜੀ ਕਾਜੂਵੇਲੀ ਵੈਟਲੈਂਡ, ਕਿੱਥੇ ਹੈ? ਇਹ ਤਾਮਿਲਨਾਡੂ ਦੇ ਵਿਲੁਮਪੁਰਮ ਡਿਸਟ੍ਰਿਕਟ ਦੇ ਵਿੱਚ ਹੈਗੀ ਹੈ। ਇਹਨੂੰ ਨਾ 16ਵੇਂ ਨੰਬਰ ਦੀ ਬਰਡ ਸੈਂਚੁਰੀ ਬਣਾਇਆ ਗਿਆ ਹੈ ਤਾਮਿਲਨਾਡੂ ਦੀ, ਰਾਈਟ, ਓਕੇ। ਕਾਜੂਵੇਲੀ ਵੈਟਲੈਂਡ ਜੋ ਹੈ ਇਹ ਸਾਊਥ ਇੰਡੀਆ ਦੀ ਸੈਕਿੰਡ ਲਾਰਜੈਸਟ ਬ੍ਰੈਕਿਸ਼ ਵਾਟਰ ਲੇਕ ਹੈ, ਓਕੇ। ਬ੍ਰੈਕਿਸ਼ ਮਤਲਬ ਜਿੱਥੇ ਮਿੱਠਾ ਔਰ ਨਮਕੀਨ ਪਾਣੀ ਇਕੱਠਾ ਹੁੰਦਾ ਹੈ, ਆਲਰਾਈਟ। ਫਿਰ ਇੱਥੇ ਸਭ ਤੋਂ ਵੱਡੀ ਕਿਹੜੀ ਹੈ ਸਾਊਥ ਇੰਡੀਆ ਦੀ? ਇਹ ਹੋ ਜਾਏਗੀ ਪੁਲਿਕਟ ਲੇਕ, ਆਲਰਾਈਟ। ਔਰ ਇਹ ਜੋ ਸੈਂਚੁਰੀ ਹੈ ਇਹ ਬੇ ਆਫ ਬੰਗਾਲ ਦੇ ਬਿਲਕੁਲ ਐਡਜੈਸੈਂਟ ਹੈ, ਨਾਲ ਲੱਗਦੀ ਹੈ, ਓਕੇ, ਹਾਂਜੀ। ਇਸ ਤੋਂ ਬਾਅਦ ਇੱਕ ਸਕੀਮ ਹੈ ਮਿਲਕ ਪ੍ਰਾਈਜ਼ ਇਨਸੈਂਟਿਵ ਸਕੀਮ, ਇਹਨੂੰ ਕਿਹੜੀ ਸਟੇਟ ਨੇ ਲਾਂਚ ਕੀਤਾ ਹੈ? ਤਾਂ ਇਹ ਹੋ ਜਾਏਗੀ ਜੀ ਉੱਤਰਾਖੰਡ, ਓਕੇ। ਉੱਤਰਾਖੰਡ ਦੇ ਸੀਐਮ ਕੌਣ ਹੈਗੇ ਆ? ਐਗਜ਼ੈਕਟਲੀ ਹੀ ਇਜ਼ ਪੁਸ਼ਕਰ ਸਿੰਘ ਧਾਮੀ, ਰਾਈਟ। ਇਹਨਾਂ ਨੇ ਹੀ ਇਹ ਸਕੀਮ ਨੂੰ ਦੇਹਰਾਦੂਨ ਦੇ ਵਿੱਚ ਲਾਂਚ ਕੀਤਾ ਔਰ ਇਹਦੇ ਨਾਲ ਉੱਤਰਾਖੰਡ ਦੇ ਬੋਲਿਆ ਜਾ ਰਿਹਾ ਹੈ ਕਿ ਕਰੀਬਨ 53,000 ਇੱਦਾਂ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਕਿ ਮਿਲਕ ਦੇ ਉੱਪਰ ਨਾ ਇਨਸੈਂਟਿਵ ਦਾ ਬੈਨੀਫਿਟ ਮਿਲੇਗਾ, ਓਕੇ। ਔਰ ਪੂਰੇ ਉੱਤਰਾਖੰਡ ਦੇ ਵਿੱਚ ਇਹਨਾਂ ਨੇ ਬੋਲਿਆ ਕਿ ਹੁਣ ਅਸੀਂ ਨਾ 500 ਸੇਲ ਸੈਂਟਰ ਵੀ ਓਪਨ ਕਰਾਂਗੇ। ਇਸ ਸਕੀਮ ਦੇ ਅੰਡਰ ਜਿੰਨੇ ਵੀ ਬੈਨੀਫਿਸ਼ਰੀਜ਼ ਹੋਣਗੇ ਉਹਨਾਂ ਨੂੰ ਡਾਇਰੈਕਟ ਅਕਾਊਂਟਸ ਦੇ ਵਿੱਚ ਨਾ ਪੇਮੈਂਟ ਨੂੰ ਟ੍ਰਾਂਸਫਰ ਕਰ ਦਿੱਤਾ ਜਾਊਗਾ, ਆਲਰਾਈਟ। ਔਰ ਅਗਰ ਤੁਸੀਂ ਉੱਤਰਾਖੰਡ ਦੇਖਦੇ ਹੋ ਤਾਂ ਦੇਖੋ ਇੱਥੇ ਪਤਾ ਕੀ ਪ੍ਰੋਬਲਮ ਹੈ, ਇੱਥੇ ਨਾ ਮਿਲਕ ਦੀ ਡਿਮਾਂਡ ਜ਼ਿਆਦਾ ਹੈ ਬਟ ਪ੍ਰੋਡਕਸ਼ਨ ਘੱਟ ਹੈ, ਠੀਕ ਹੈ। ਤੇ ਜਦੋਂ ਕਿਸੇ ਵੀ ਜਗ੍ਹਾ ਤੇ ਪ੍ਰੋਡਕਸ਼ਨ ਘੱਟ ਹੋਏਗੀ ਕਿਸੇ ਵੀ ਚੀਜ਼ ਦੀ ਤਾਂ ਉਹਦੇ ਲਈ ਸਟੇਟ ਨੂੰ ਕੁਝ ਨਾ ਕੁਝ ਇਨੀਸ਼ੀਏਟਿਵ ਤਾਂ ਕਰਨੇ ਪੈਣਗੇ, ਜਦੋਂ ਕਿ ਹਾਲੇ ਇਹ ਆਪਣੇ ਹਰ ਇੱਕ ਚੀਜ਼ ਨੂੰ ਅਚੀਵ ਕਰਨ ਲਈ ਕਾਮਯਾਬ ਨਹੀਂ ਹੋਏ 100%, ਬਟ ਸਟਿਲ ਦੇ ਆਰ ਡੂਇੰਗ देयर ਬੈਸਟ, ਰਾਈਟ। ਤਾਂ ਅਸੀਂ ਤੇ ਦੋ ਸਕੀਮਸ ਹੋਰ ਦੇਖ ਲੈਂਦੇ ਹਾਂ ਜਿਹੜੀਆਂ ਕਿ ਉੱਤਰਾਖੰਡ ਦੇ ਵਿੱਚ ਹੁਣੇ ਆਈਆਂ ਮਿਲਕ ਦੇ ਲਈ ਹੀ, ਓਕੇ। ਪਹਿਲੀ ਸਕੀਮ ਦਾ ਨਾਮ ਹੈ ਗੰਗਾ ਕਾਓ ਸਕੀਮ, ਰਾਈਟ। ਇਹਦੇ ਵਿੱਚ ਬੋਲਿਆ ਗਿਆ 3 ਤੋਂ ਲੈ ਕੇ 4 ਰੁਪਏ ਪਰ ਲੀਟਰ ਇਨਸੈਂਟਿਵ ਅਨਾਉਂਸ ਕੀਤਾ ਜਾਏਗਾ, ਓਕੇ।
ऑलराइट, इस तो बाद अगली है कामधेनु स्कीम, ओके। और ये जो है ना एंड अंडर की होना है, नाबार्ड जो है ये ना लोन देगा, ओके। और इन्होंने बोलिया है कि इस लोन दे विच 25% जो सबसिडी है ये दी जाएगी जनरल फार्मर्स नू एंड 33% सबसिडी जो है ये SC ST जिहड़े फार्मर्स होंगे उन्होंने मिलेगी, ओके। और ऐदां दी ही कामधेनु स्कीम पहला भी यूपी दे विच भी चल रही है, ओके। हुण इत्थे असीं गल कीती जी उत्तराखंड दी, राइट। कैपिटल किहड़ी है, इट इज समर दे विच ग्यारसेन, ओके, एंड विंटर दे विच हो जाएगी देहरादून, ओके। CM कौन है गया, मिनिस्टर पुष्कर सिंह धामी, गवर्नर लेफ्टिनेंट जनरल गुरमीत सिंह जी, ऑलराइट, ठीक है। नेक्स्ट उस स्टेट का नाम दसो जिन्हां ने हमार आपन बजट नाम का एक पोर्टल लॉन्च किया है, तो यह हो जाएगी जी झारखंड, ओके। झारखंड के CM जो है ना हेमंत सोरेन, इन्हों ने वैब पोर्टल एंड मोबाइल ऐप दोनों ने लॉन्च किया, ठीक है। और इन्होंने की बोलिया, इन्होंने कहा है कि ये जिहड़ी ऐप है किंदे वल्लों डेवलप की गई है, तो ये झारखंड दे जो स्टेट का फाइनांस डिपार्टमेंट है उन्होंने इन्हू लॉन्च किया है, डेवलप किया है, ओके। और इस वैब पोर्टल के थ्रू बड़ा ही यूनीक जा काम होना है, की होना है, इन्होंने बोलिया कि जिन्नी भी झारखंड की आम जनता ना जनरल पब्लिक है वो आने वाला जिहड़ा 2022-23 का बजट है ना ਉਹਦੇ ਲਈ ਆਪਣੀਆਂ ਸਜੈਸ਼ਨਸ ਦੇ ਸਕਣਗੇ ਐਸ ਐਪ ਐਂਡ ਵੈਬ ਪੋਰਟਲ ਦੇ ਨਾਲ, ਆਲਰਾਈਟ। ਇਹਨਾਂ ਨੇ ਕਿਹਾ ਅਗਰ ਤੁਸੀਂ ਇਹਦੇ ਨਾਲ ਨਹੀਂ ਦੇਣਾ ਚਾਹੁੰਦੇ ਤਾਂ ਨੋਰਮਲ ਜਿਹੜੀਆਂ ਸੋਸ਼ਲ ਮੀਡੀਆ ਐਪਸ ਹੈ ਲਾਈਕ ਜਿੱਦਾਂ ਫੇਸਬੁੱਕ ਹੈ, ਠੀਕ ਹੈ, ਟਵਿੱਟਰ ਹੈ ਜਾਂ ਫਿਰ WhatsApp ਹੈ, ਈਵਨ ਈਮੇਲ, ਇਹਦੇ ਨਾਲ ਵੀ ਤੁਸੀਂ ਆਪਣੀਆਂ ਸਜੈਸ਼ਨਸ ਇੱਥੇ ਦੀ ਗਵਰਨਮੈਂਟ ਨੂੰ ਦੇ ਸਕਦੇ ਹੋ, ਓਕੇ। झारखंड की कैपिटल रांची, CM हेमंत सोरेन, गवर्नर रमेश बैस, ओके, ठीक है। रीसेंट न्यूज़ देखो, जिहड़ी साडी गवर्नमेंट है, गवर्नमेंट ऑफ इंडिया एंड ADB मतलब एशियन डेवलपमेंट बैंक, इन्हां ने एक लोन दे लई एग्रीमेंट साइन किया है। बोलिया जा रहा है कि झारखंड दे विच जिहड़ा वाटर सप्लाई दा इंफ्रास्ट्रक्चर है ना उसनूं इस लोन दे नाल डेवलप किया जाएगा। कितना लोन होएगा, $112 million, ओके। आफ्टर दैट इत्थे एक कैंपेन चलिया, समार कैंपेन, ओके, स्टैंड्स फॉर स्ट्रेटेजिक एक्शन ऑफ माल न्यूट्रिशन एंड अनीमिया रिडक्शन, ऑलराइट। नाम तो ही पता चल रहा होना, ये झारखंड की गवर्नमेंट ने हुने हुने लॉन्च किया है। इस कैंपेन का एम की है, इन्होंने बोलिया है कि माल न्यूट्रिशन एंड अनीमिया नूं असीं खत्म करना है, इराडिकेट करना है, राइट। और इहदे अंडर एनीमिक जिहड़ियां विमेन होणगियां उन्हां नूं एंड जिहड़े माल नरिश चिल्ड्रन होणगे उन्हां नूं आइडेंटिफाई किया जाएगा और फिर उन्हां नूं हैल्प किया जाएगा, ऑलराइट। अगे क्या आ रहा है जी, अगे आ रहा है झारखंड के कैबिनेट ने की किया 75% प्राइवेट सैक्टर दी जिहड़ियां जॉब्स है इन्हां ने बोलिया वो साडे लोकल परसन नूं मिलणगियां, लोकल रेजिडेंट्स नूं, ठीक है। इहदे लई प्रॉपर इन्हां ने रिजर्वेशन कर दित्ती हैगी है। और इदां दी ही पॉलिसी तुसीं सुनिया होएगा हरियाणा गवर्नमेंट भी लैके आई सी कुछ टाइम पहला, ओके। हाँ जी, हुण देखते हैं कुछ इंटरनेशनल न्यूज़, ऑलराइट, ठीक है। म्यांमार दे विच ना सिविलियन लीडर नाम तुसीं पक्का सुनिया होएगा ओंग सैन सू क्यूई, है ना। इन्हां नूं किन्ने साल दी जेल दी सज़ा सुनाई गई है, तो यह हो जाएगा जी 4 साल, ओके। तुहानूं दस्सिया सी मैं एक बार नहीं, ईवन असीं काफ़ी बार डिस्कस कर चुके हैं कि म्यांमार दे विच 10 महीने पहला आर्मी ने कब्जा कर लिया सी, राइट। और इत्थे की होया सी, तख्ता पलट हो गया सीगा एंड जिहड़े इत्थे दे लीडर सीगे ना उन्हां नूं पकड़ के कैद कर लिया गया सीगा, है ना, नज़रबंद कर लिया गया सी। हुण की होया, हुण ना जिहड़े सूकुई हैगे आ इन्हां दे उपर 2 चार्जिस है जिन्हां दे विच इन्हां नूं गिल्टी पाया गया, ओके। एक तां इह कि इन्हां ने पब्लिक नूं मिलिटरी दे अगेंस्ट भड़काया, ठीक है। दूसरा इन्हां ने कहा कि ना जदों कोविड सीगा तां अलग-अलग कंट्रीज़ ने अपने अपने प्रोटोकॉल बनाए हुए सी, तां म्यांमार दे विच कोविड दे प्रोटोकॉल इन्हां ने ब्रीच भी कीता, ठीक है। ये तो सिर्फ 2 चार्जिस है माय फ्रेंड्स, तुहानूं पता होना चाहिए कि टोटल इन्हां दे उपर 11 चार्जिस है जो कि आर्मी वालों लगाए गए सी, ठीक है। तो अगर मान लो ये सारे दे सारे चार्जिस प्रूव हो गए तो तुसीं समझ सकते हो 102 ईयर तक इन्हां नूं जेल हो सकती है। इहदा मतलब इन्हां दी जो सारी दी सारी जिंदगी
जेल च निकल सकती है, ठीक है। एंड यू नो अबाउट कि इन्हां नूं नोबल प्राइज फॉर पीस भी मिल चुका है, ओके। बट इत्थे हुण आर्मी का कब्जा हो चुका है म्यांमार के उपर, ठीक है। म्यांमार की कैपिटल नेपितो एंड करेंसी हो जाएगी कयात, ऑलराइट, ठीक है। देखते हैं कुछ इंटरनेशनल न्यूज़। तो ओलैफ स्कूल जो है इन्हां नूं जर्मनी का न्यू चांसलर जो है ये बना दिता गया, ठीक है। ਇਹਦੇ ਨਾਲ ही ਇੱਥੇ फिर हुण 16 साल तो ਚੱਲਿਆ आ रहा एंजला मार्कल का जिहड़ा रूल है ये हो गया जी खत्म, ठीक है। तो हुण फिर चांसलर एंजला की जगह ते कौन बन गए ने, स्कूल्स बन गए हैं, ओके, ठीक है। जर्मनी की कैपिटल बर्लिन, करेंसी है जी यूरो, ठीक है। प्रेसिडेंट हो जाएंगे फ्रैंक वॉल्टर स्टैनमियर, ओके, यस। अगे है गांबिया के सैकेंड टर्म के लिए प्रेसिडेंट बन गए कौन, अडामा बैरो, ओके। तो इन्हां ने गांबिया दे विच एक परसन सीगे याहिया जामे, ओके, उन्हां दी 20 ईयर की जिहड़ी डिक्टेटरशिप है इसनूं खत्म कीता सी, ऑलराइट। एंड हुणे दूसरी बारी भी इत्थे चुने जा चुके ने एज प्रेसिडेंट, ऑलराइट। गांबिया की कैपिटल किहड़ी है जी, बैंजुल, किहड़ी है, बैंजुल, ओके। करेंसी का नाम डलैसी, DALASI, ठीक है, ऑलराइट। इस तो बाद गल करते हैं स्वीडन की। तो स्वीडन दे विच पहले फीमेल प्राइम मिनिस्टर चुने गए हैं ईवा मैगडलेना एंडरसन, ठीक है। तो इन्हां नूं नवंबर 2021 दे विच पहला भी इलैक्ट किया गया सी, पर उदों ये अपनी गवर्नमेंट नहीं बना पाए, क्यों जी, क्योंकि इन्हां ने लियांदी सी कोलिशन गवर्नमेंट, राइट, लियानी सी। तो जिहड़ी इन्हां दी कोलिशन पार्टी सी ना, ग्रीन पार्टी, उन्होंने इन्हां दा अध विचाले साथ छड्ड दिता, दैट इज वाई उदों ये प्राइम मिनिस्टर नहीं बन पाए, ओके, ठीक है। हुण असीं इत्थे गल करदे हां स्वीडन की। तो स्वीडन की पार्लीमेंट तुहानूं अच्छी तरह याद रहनी चाहिए है, इस बारी डेफिनेटली किते ना किते तुहानूं पूछी जाएगी। इसका नाम है रिक्सडैग, राइट, ओके। इस तो बाद पूरे वर्ल्ड का सब तो नवा रिपब्लिक बनया किहड़े वाली कंट्री, बारबाडोस, राइट, ओके। इन्हां ने ब्रिटिश कॉलोनी बनन दे विच ना 400 साल बाद ये वाला लैंडमार्क हासिल किया है। 400 ईयर छोटा टाइम पीरियड नहीं हुंदा, राइट। और बारबाडोस नूं ना ब्रिटिश ने की कीता होया सीगा, अपनी एक स्लेव सोसाइटी बना के रखा होया सीगा, ठीक है। यानी कि पूरी तरह स्लेवरी दे विच इन्हां नूं इंडल्ज किया होया सीगा, ओके। एंड बाद दे विच इन्हां नूं आज़ादी मिली है ना। और इन्हां ने कदों ब्रिटिश दे अंडर आए सी, तो सानूं ये पता होना चाहिए है 1625 दे विच ये ब्रिटिश दे अंडर आए सी, ओके। और आज़ाद कदों होए, 1966 दे विच, ठीक है। हाउ लॉन्ग द पीरियड इज, राइट, ओके। तो इस तो बाद हुण तुसीं की याद रखना है कि हुण एट प्रेजेंट ये रिपब्लिक बन चुके ने, ओके। एंड जदों 1966 दे विच उन्हें आज़ाद होया, तो इत्थे हुण प्रेसिडेंट जिहड़े बने हैं, हुण इन्हां दा नाम की है, डेम सैंड्रा ब्रुनेला मेसन, ओके। इन्हां दा नाम भी तुहाडे लई इंपॉर्टेंट रहेगा, डेम सैंड्रा ब्रुनेला मेसन, ठीक है। इन्हां ने प्रेसिडेंट का भी चार्ज ले लिया। और इन्हां नूं कदों चार्ज मिले, अक्टूबर 2021 दे विच ही इन्हां नूं सिलेक्ट किया गया सी प्रेसिडेंट दे लई, ओके, ठीक है। हुण इत्थे गल कर रहे हैं बारबाडोस की। बारबाडोस की कैपिटल है ब्रिज टाउन, ओके। करेंसी है डॉलर, ऑलराइट, हाँ जी। 14 क्वेश्चन देखते हैं, पहली गवर्नमेंट केड़ी बनी जो कि 100% पेपरलैस गवर्नमेंट बनी है, ठीक है। तो इसका नाम है जी दुबई, ऑलराइट। UAE दे जिहड़े क्राउन प्रिंस है ना, शेख हमदान बिन मोहम्मद बिन राशिद अल मकदूम, एडा लंबा नाम है, ओके। इन्हां ने अनाउंस किया कि जो दुबई है इनकी गवर्नमेंट 100% पेपरलैस हो गई है। इहदे नाल अराउंड 3 बिलियन दिरहम, अराउंड 14 मिलियन मैन आवर जो है ना, इनू सेव किया जा सकेगा। इन्ना नहीं, इन्होंने एक चीज़ होर दसी है इन्वायरमेंट के लिए कितना अच्छा, देखो इन्होंने बोलिया 336 मिलियन पेपर्स जो है इन्हों भी सेव किया जा सकेगा, ओके। और दुबई ने की किया है, इन्होंने एक डिजिटल ऐप लॉन्च की है, नाम रखा है दुबई नाउ एप्लीकेशन, ठीक है। ਇਹਦੇ ਨਾਲ ਇੱਥੇ ਮਿਲਣ ਵਾਲੀਆਂ ਜਿੰਨੀਆਂ ਵੀ ਗਵਰਨਮੈਂਟ ਸਰਵਿਸਿਜ਼ ਹੈ ਇਹਨਾਂ ਸਾਰਿਆਂ ਨੂੰ ਡਿਜੀਟਲੀ ਐਕਸੈਸ ਕੀਤਾ ਜਾ ਸਕੇਗਾ, ਓਕੇ, ਜਿਸ ਦੇ ਨਾਲ ਫਿਰ ਪੇਪਰਸ ਦੀ ਹੁਣ ਇੱਥੇ ਜ਼ਰੂਰਤ ਹੀ ਨਹੀਂ ਹੈ, ऑलराइट, ठीक है। हुण इत्थे गल कर रहे हैं UAE दी कैपिटल किहड़ी है, आबू धाबी।
ਕਰੰਸੀ ਦਿਰਹਮ ਹੈ, ਪ੍ਰੈਸੀਡੈਂਟ ਹੈਗੇ ਆ ਖਲੀਫਾ ਬਿਨ ਜ਼ਾਇਦ ਅਲ ਨਹਿयान। ਓਕੇ ਯੈਸ, ਰੀਸੈਂਟ ਨਿਊਜ਼ ਦੇਖੋ ਤਾਂ ਜੋ UAE ਹੈ ਇਹ ਪਹਿਲੀ ਇਦਾਂ ਦੀ ਕੰਟਰੀ ਬਣੀ ਜਿਸ ਨੇ ਬੋਲਿਆ ਕਿ ਹੁਣ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਫਿਸ ਕਿੰਨੇ ਦਿਨ ਜਾਣਾ ਪਏਗਾ, 1 ਵੀਕ ਦੇ ਵਿੱਚ 4.5 ਦਿਨ, 4.5 ਡੇ। ਓਕੇ, ਹੁਣ ਤੱਕ ਇੱਥੇ 5 ਡੇ ਵਰਕ ਵੀਕ ਨੂੰ ਫੋਲੋ ਕੀਤਾ ਜਾਂਦਾ ਸੀਗਾ, ਠੀਕ ਹੈ। ਹੁਣ ਇਹਨਾਂ ਨੇ ਬੋਲਿਆ 1 ਜਨਵਰੀ ਤੋਂ ਇੱਥੇ 4.5 ਡੇ ਵਰਕਿੰਗ ਹੋਣਗੇ। ਓਕੇ, ਮੰਡੇ ਤੋਂ ਜਿਹੜਾ ਥਰਸਡੇ ਹੈ ਫੁੱਲ ਡੇ ਹੋਗਾ 7:30 ਮਾਰਨਿੰਗ ਟੂ 3:30 PM। ਓਕੇ, ਬਟ ਫਰਾਈਡੇ ਨੂੰ ਇਹਨਾਂ ਨੇ ਹਾਫ ਡੇ ਕਰ ਦਿੱਤਾ ਆ 7:30 ਟੂ 12 ਤੱਕ। ਆਲਰਾਈਟ, ਠੀਕ ਹੈ। ਅੱਗੇ ਆ ਜਾਏਗਾ UAE ਨੇ ਅਨਾਉਂਸ ਕੀਤਾ ਕਿ ਇਹ ਨਾ ਇੱਕ ਐਸਟਰੋਇਡ ਦੇ ਉੱਪਰ ਜੋ ਕਿ ਮਾਰਸ ਤੋਂ ਲੈ ਕੇ ਜੁਪੀਟਰ ਦੇ ਵਿੱਚ ਹੋਊਗਾ ਉੱਥੇ ਆਪਣੀ ਇੱਕ ਪ੍ਰੋਬ ਭੇਜਣਗੇ। ਰਾਈਟ, ਸੌਰੀ, ਕਿਸ ਲਈ? ਤਾਂ ਕਿ ਨਾ ਜਿਹੜਾ ਯੂਨੀਵਰਸ ਹੈ ਇਹਦਾ origin ਕਿਸ ਤਰ੍ਹਾਂ ਹੋਇਆ ਇਹਦੇ ਰਿਗਾਰਡਿੰਗ ਡਾਟਾ ਕਲੈਕਟ ਕੀਤਾ ਜਾ ਸਕੇ। ਓਕੇ, ਅਗਰ ਮੰਨ ਲਓ UAE ਆਪਣੇ ਇਸ ਮਿਸ਼ਨ ਦੇ ਵਿੱਚ ਸਕਸੈਸਫੁਲ ਹੋ ਗਿਆ ਤਾਂ ਇਹ ਜਾਪਾਨ, US, EU ਇਹਨਾਂ ਦੇ ਕਲੱਬ ਨੂੰ ਜੁਆਇਨ ਕਰ ਲੇਗਾ ਬਿਕਾਜ਼ ਇਹ ਸਾਰੇ ਲੋਕ ਪਹਿਲਾਂ ਹੀ ਇਹਦੇ ਵਿੱਚ ਇਸ ਮਿਸ਼ਨ ਨੂੰ ਕੰਪਲੀਟ ਕਰ ਚੁੱਕੇ ਨੇ। ਓਕੇ, ਹਾਂਜੀ, ਪੂਰੇ ਵਰਲਡ ਦਾ ਲਾਰਜੈਸਟ ਐਂਡ ਟਾਲੈਸਟ ਆਬਜ਼ਰਵੇਸ਼ਨ ਵੀਲ ਨਾਮ ਹੈ ਆਇਨੇ ਦੁਬਈ। ਓਕੇ, ਇਹਨੂੰ UAE ਦੇ ਵਿੱਚ ਓਪਨ ਕੀਤਾ ਜਾਊਗਾ, ਹੁਣ ਤੱਕ ਕਰ ਦਿੱਤਾ ਗਿਆ। ਰਾਈਟ, ਓਕੇ, ਔਰ ਇਹ ਨਾ ਲੰਡਨ ਦੀ ਜੋ ਲੰਡਨ ਆਏ ਹੈ ਨਾ ਇਸ ਤੋਂ 42.5 ਜੋ ਮੀਟਰ ਹੈ ਨਾ ਟॉल ਹੋਊਗਾ। ऑलराइट, ठीक है। ਅੱਗੇ ਹੈ UAE ਪਹਿਲੀ ਅਰੇਬੀਅਨ ਕੰਟਰੀ ਬਣੀ ਜਿਸਨੇ ਬੋਲਿਆ ਇਲੈਕਟ੍ਰਿਸਿਟੀ ਨੂੰ ਇਹ ਕੋਇਲੇ ਦੇ ਨਾਲ ਉਤਪਾਦ ਕਰਨਗੇ। ਓਕੇ, ਬੋਲਿਆ ਨਹੀਂ ਮਤਲਬ ਕਰ ਦਿੱਤਾ ਹੈ। ऑलराइट, ਦੇਖਦੇ ਆ ਨੈਕਸਟ ਕੁਐਸਚਨ। ਕਿਹੜੀ ਕੰਟਰੀ ਨੇ ਅਨਾਉਂਸ ਕੀਤਾ ਕਿ ਬੀजिंग 올림픽 ਨੂੰ ਇਹ ਬਾਈਕਾਟ ਕਰਨਗੇ? ਤਾਂ ਇਹ ਸਾਰੀਆਂ ਹੀ ਕੰਟਰੀ ਕੈਨੇਡਾ, US, UK ਐਂਡ ਆਸਟ੍ਰੇਲੀਆ, ਠੀਕ ਹੈ, ਸਾਰਿਆਂ ਨੇ ਬੋਲ ਦਿੱਤਾ ਹੈ। ਓਕੇ, ਦੇਖੋ ਇਹਨਾਂ ਸਾਰੀਆਂ ਕੰਟਰੀ ਨੇ ਬੋਲਿਆ ਕਿ ਸਾਡਾ ਮੇਨ ਕੰਸਰਨ ਹੈ ਜੀ ਹਿਊਮਨ ਰਾਈਟ, ਠੀਕ ਹੈ। ਤਾਂ ਹਿਊਮਨ ਰਾਈਟ ਦੇ ਕੰਸਰਨਸ ਦੇ ਲਈ ਇਹ ਕਦਮ ਉਠਾਇਆ ਆ। ਇਸ ਵਾਰੀ ਤੁਹਾਨੂੰ ਪਤਾ ਹੋਊਗਾ ਕਿ ਜੋ 2022 ਦੇ ਵਿੱਚ ਵਿੰਟਰ 올림픽ਸ ਹੋਣੀਆਂ ਹੈ ਨਾ ਇਹ ਚਾਈਨਾ ਦੇ ਬੀजिंग ਦੇ ਵਿੱਚ ਹੋਣੀਆਂ ਹੈ ਨਾ, ਔਰ ਇਹ ਸਾਰੀਆਂ ਕੰਟਰੀਜ਼ ਚਾਈਨਾ ਦੇ ਵਿੱਚ ਹੋ ਰਹੇ ਹਿਊਮਨ ਰਾਈਟ ਦੇ ਅਬਿਊਜ਼ ਨੂੰ ਲੈ ਕੇ ਉਹਦੇ ਅਗੇਂਸਟ ਖੜੀਆਂ ਹੋ ਗਈਆਂ, ਠੀਕ ਹੈ। ਅੱਛਾ, ਹੁਣ ਅਗਰ ਤੁਹਾਨੂੰ ਸੈਪਰੇਟਲੀ ਪੁੱਛਿਆ ਜਾਏ ਤਾਂ ਆਸਟ੍ਰੇਲੀਆ ਜੋ ਹੈ ਇਹਨੇ ਕਿਉਂ ਅਲੱਗ ਹੋਇਆ ਜੀ ਇਹਦੇ ਤੋਂ? ਤਾਂ ਆਸਟ੍ਰੇਲੀਆ ਦੇ ਚਾਈਨਾ ਦੇ ਨਾਲ ਸੈਵਰਲ ਇਸ਼ੂ ਦੇ ਉੱਪਰ ਨਾ ਡਿਸਐਗਰੀਮੈਂਟ ਹੈਗਾ, ਇਨਕਲੂਡਿੰਗ ਦ ਮੂਵ ਟੂ ਐਕਵਾਇਰ ਨਿਊਕਲੀਅਰ ਪਾਵਰ ਸਬਮੈਰੀਨ। ਰਾਈਟ, ਇਸ ਲਈ ਇਹਨਾਂ ਨੇ ਨਾ ਕਰ ਦਿੱਤੀ ਹੈ ਕਿ ਅਸੀਂ ਇੱਥੇ ਪਾਰਟਿਸਿਪੇਟ ਨਹੀਂ ਕਰਾਂਗੇ। ਓਕੇ, ਆਫਟਰ ਦੈਟ ਕੈਨੇਡਾ ਜੋ ਹੈ ਇਹਦੇ ਚਾਈਨਾ ਨਾਲ ਵੈਸੇ ਹੀ ਤੁਹਾਨੂੰ ਪਤਾ ਸੰਬੰਧ ਖਰਾਬ ਚੱਲਦੇ ਪਏ ਆ ਕਿਉਂਕਿ ਕੈਨੇਡਾ ਨੇ US ਦੀ ਰਿਕੁਐਸਟ ਦੇ ਉੱਪਰ ਇੱਥੇ ਦੀ ਜਿਹੜੀ ਹੂਏ ਟੈਕਨੋਲੋਜੀ ਹੈ ਇਹਦੇ ਚੀਫ ਫਾਈਨੈਂਸ਼ੀਅਲ ਆਫਿਸਰ ਐਂਡ ਉਹਨਾਂ ਦੀ ਬੇਟੀ ਇਹਨਾਂ ਨੂੰ ਕਰ ਲਿਆ ਸੀ ਅਰੈਸਟ, ਠੀਕ ਹੈ। ਤੁਹਾਨੂੰ ਪਤਾ ਹੈ ਚਾਈਨਾ ਤਾਂ ਫਿਰ ਚੁੱਪ ਕਿੱਥੇ ਰਹਿਣਾ ਸੀ। ਇਹਨੇ ਕੀ ਕੀਤਾ, ਇਹਨੇ 2008 ਦੇ ਵਿੱਚ ਨਾ 2 ਕੈਨੇਡੀਅਨਸ ਨੂੰ ਅਰੈਸਟ ਕਰ ਲਿਆ। ਤਾਂ ਐਦਾਂ ਇਹਨਾਂ ਦੀ ਫਿਰ ਜੋ ਹੈ 36 ਦਾ ਅੰਕੜਾ ਚੱਲਦਾ ਹੀ ਪਿਆ ਹੈ ਨਾ। ਤੇ UK ਨੇ ਤਾਂ ਡਾਇਰੈਕਟ ਹੀ ਬੋਲ ਦਿੱਤਾ ਕਿ ਜੇ ਤੁਸੀਂ ਹਿਊਮਨ ਰਾਈਟ ਨੂੰ ਅਬਿਊਜ਼ ਕਰਦੇ ਹੋ ਇਸ ਵਾਸਤੇ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ, ਠੀਕ ਹੈ। ਹੁਣ ਦੇਖ ਲੈਂਦੇ ਆ 올림픽ਸ ਦੇ ਰੀਸੈਂਟ ਨਿਊਜ਼। ਤਾਂ ਇਸ ਵਾਰੀ ਜਦੋਂ ਟੋਕੀਓ 올림픽ਸ ਹੋਈਆਂ ਉਸ ਦੇ ਵਿੱਚ ਲੌਰੈਲ ਹਬਰਡ ਐਦਾਂ ਦੇ ਪਹਿਲੇ ਟਰਾਂਸਜੈਂਡਰ ਬਣੇ ਜਿਨ੍ਹਾਂ ਨੇ ਕਿ 올림픽ਸ ਦੇ ਵਿੱਚ ਪਾਰਟਿਸਿਪੇਟ ਕੀਤਾ। ਮੋਸਟ ਇੰਪੋਰਟੈਂਟ ਕੁਐਸਚਨ, ਠੀਕ ਹੈ। ਆਫਟਰ ਦੈਟ ਇੰਟਰਨੈਸ਼ਨਲ 올림픽 ਕਮੇਟੀ ਨੇ ਨਾਰਥ ਕੋਰੀਆ ਨੂੰ ਕੀ ਕਰ ਦਿੱਤਾ ਜੀ, ਪਨਿਸ਼, ਕਿਉਂਕਿ ਨਾਰਥ ਕੋਰੀਆ ਇਸ ਵਾਰ ਟੋਕੀਓ 올림픽ਸ 'ਚ ਨਹੀਂ ਆਇਆ। ਇਹਨਾਂ ਨੇ ਬੋਲਿਆ ਕਿ ਜੀ ਅਸੀਂ ਕੋਵਿਡ ਕਰਕੇ ਨਹੀਂ ਆਏ, ਬਾਕੀ ਕੰਟਰੀਜ਼ ਨੇ ਤਾਂ ਪਾਰਟਿਸਿਪੇਟ ਕੀਤਾ ਸੀ, ਰਾਈਟ। ਤਾਂ ਫਿਰ IOC ਨੂੰ ਲੱਗਿਆ ਕਿ ਇੱਦਾਂ ਤਾਂ ਕੋਈ ਵੀ ਆ ਕੇ ਬੋਲ ਦੇਗਾ, ਤਾਂ ਇਹਨਾਂ ਨੇ ਪਨਿਸ਼ ਕੀਤਾ ਕਿ ਤੁਸੀਂ 2022 ਦੀ ਬੀजिंग ਦੀ 올림픽ਸ ਦੇ ਵਿੱਚ ਨਾ ਪਾਰਟਿਸਿਪੇਟ ਹੀ ਨਹੀਂ ਕਰ ਸਕਦੇ। ਆਲਰਾਈਟ, ਠੀਕ ਹੈ। ਇਸ ਤੋਂ ਬਾਅਦ 올림픽 ਦੇ ਵਿੱਚ ਪਹਿਲੇ ਇੰਡੀਅਨ ਫੈਂਸਰ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਕੌਣ ਬਣੇ? ਭਵਾਨੀ ਦੇਵੀ। ਦੈਨ ਨੀਰਜ ਚੋਪੜਾ ਪਹਿਲੇ ਇੰਡੀਅਨ ਬਣੇ ਜਿਨ੍ਹਾਂ ਨੇ ਫੀਲਡ ਐਂਡ ਟਰੈਕ ਇਵੈਂਟ ਦੇ ਵਿੱਚ 올림픽ਸ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਆ। ਦੈਨ ਹਾਕੀ ਦੇ ਕੈਪਟਨ ਮਨਪ੍ਰੀਤ ਸਿੰਘ ਐਂਡ ਬਾਕਸਰ MC ਮੈਰੀਕੋਮ ਇਹਨਾਂ ਨੇ ਫਲੈਗ ਬੀਅਰਰ ਦੀ ਭੂਮਿਕਾ ਨਿਭਾਈ ਓਪਨਿੰਗ ਸੈਰੇਮਨੀ ਦੇ ਵਿੱਚ, ਠੀਕ ਹੈ, 올림픽ਸ 2020 ਦੇ ਵਿੱਚ। ਚਾਹੇ 2021 ਨੂੰ ਹੋਇਆ ਸੀ ਬਟ ਕਿਉਂਕਿ ਇਹ 2020 ਦਾ ਹੀ ਇਵੈਂਟ ਸੀ ਜੋ ਕਿ ਕੋਵਿਡ ਕਰਕੇ ਪੋਸਟਪੋਨ ਹੁੰਦਾ ਗਿਆ, ਇਸ ਲਈ ਇਹਨੂੰ 2020 ਹੀ ਬੋਲਿਆ ਜਾਊਗਾ। ਓਕੇ, ਜਿਨ੍ਹਾਂ ਨੇ
ओलंपिक्स ਦੀਆਂ स्पैशल वीडियोज़ देखनियां होन, ओलंपिक्स एंड पैरालंपिक्स के उपर 3 वीडियोज़ बनिया हुई हैं, ठीक है, उन्होंने तुसी प्लेलिस्ट ਦੇ ਵਿੱਚ जाके देख सकते हो, बहुत ज़्यादा इंपॉर्टेंट है। ओके यस, बजरंग पुनिया जो है ਇਹਨਾਂ ਨੇ ਫਿਰ क्लोजिंग सैरेमनी ਦੇ ਵਿੱਚ भूमिका निभाई कादी जी फ्लैग बीयर दी। ऑलराइट, ठीक है, दैट इज ऑल फॉर टुडे। वीकली करंट अफेयर ਇੱਥੇ ਅੱਜ ਹੋ ਗਿਆ ओवर। ओके, और अगर ਤੁਹਾਨੂੰ चैनल ਦੇ ਉੱਪਰ ਦਿੱਤਾ कंटेंट अच्छा लगता तो सबसक्राइब कर लेना, शेयर कर लेना। एंड यस प्लीज़ 1 सेकेंड, एक चीज़ ਤੁਹਾਡੇ ਲਈ बहुत ही ज़्यादा इंपॉर्टेंट, ठीक है, वो की है, ਤੁਹਾਨੂੰ पता है PSSB का पेपर होने वाला है ना, PPSC का जो है पेपर जो है हुणे इन्होंने अनाउंस किया 300 समथिंग वैकेंसीज ने, अप्रोक्सीमेटली 350 वैकेंसीज होणगियां, थोड़ियां नहीं है, राइट। इन्हां सारिਆਂ ਦੇ ਲਈ एक पेड बैच स्टार्ट हो रहा है एरुडिशन का, ठीक है, फीस कितनी है, ओनली 5000 रुपीज़ फॉर द होल कोर्स, पूरे कोर्स ਲਈ, ठीक है। और ਇਹਦੇ ਲਈ ਡੈਮੋ ਕਲਾਸਿਸ ਜੋ ਨੇ ਇਹ ਤੁਹਾਨੂੰ ਪਹਿਲਾਂ ਕੱਲ ਤੋਂ ਮਿਲਣੀਆਂ ਸੀ, बट बिकॉज ऑफ सम इशू ये शायद ਤੁਹਾਨੂੰ परसों तो मिलणगियां, या फिर कुछ स्टूडेंट कह रहे हैं कि मैम संडे तो एक बार स्टार्ट करो, राइट। तो संडे तो ਤੁਹਾਨੂੰ 5 ਡੈਮੋ ਕਲਾਸਿਸ ਮਿਲਣਗੀਆਂ, ऑलराइट, जिस दे विच ਤੁਹਾਨੂੰ हिस्टरी, साइंस एंड पॉलिटी ਦੇ ਜਿਹੜੇ ਲੈਕਚਰਸ ਨੇ ਉਹ ਮਿਲਣਗੇ। ਤਾਂ ਪਹਿਲਾਂ ਤੁਸੀਂ ਡੈਮੋ ਦੇਖੋ, और हाँ ਇੱਥੇ ਤੁਹਾਨੂੰ ਲਾਈਵ ਕਲਾਸਿਸ ਵੀ ਮਿਲਣਗੀਆਂ और रिकॉर्डेड फॉर्म ਦੇ ਵਿੱਚ ਵੀ सेम ਲੈਕਚਰਸ मिल ਜਾਣਗੇ, ऑलराइट। और यस ਤੁਹਾਨੂੰ टाइमली टेस्ट भी जो है ਤੁਹਾਡੇ ਲਈ ਦਿੱਤੇ ਜਾਣਗੇ, ओके। और अगर तुसी डैमो क्लासेस लेना चाहते हो, ईवन बैंकिंग के एग्जाम के लिए भी ਇਹਦੇ ਵਿੱਚ ही डैमो क्लासेस होणगियां, ठीक है, तो तुसी डैमो जरूर देखना। अगर तुहानू अच्छा लगे तो ही तुसी उन्हें ज्वाइन करना, एंड आई अश्योर यू दैट कि यू विल फाइंड एंड यू विल गेन द बेस्ट कंटेंट ओवर देयर, राइट। थैंक यू सो मच, हैव अ नाइस टाइम, बाय बाय।